ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ ਜਿਹੜੀ, ਉਸ ਦੀ 21 ਜੁਲਾਈ ਨੂੰ ਇੱਕ ਰਿਪੋਰਟ ਆਉਂਦੀ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਟਿੱਡੀ ਦਲ ਦਾ ਹਮਲਾ ਹੈ ਜਿਹੜਾ ਉਹ ਦੇਖਿਆ ਜਾ ਸਕਦਾ, ਉਸ ਦੇ ਅਸਾਰ ਬਣੇ ਹੋਏ ਆ। ਥੋੜੀ ਥੋੜੀ ਦਵਾਈ ਜਿਹੜੀ ਹੈ ਉਹ ਪਹੁੰਚਾਤੀ। ਫਿਰੋਜ਼ਪੁਰ ਦੇ ਕਿਸਾਨਾਂ ਨਾਲ ਜਦੋਂ ਅਸੀਂ ਰਾਬਤਾ ਕਾਇਮ ਕੀਤਾ, ਜਦੋਂ FAO ਦੀ ਰਿਪੋਰਟ ਆਉਂਦੀ ਹੈ ਕਿ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ, ਖੇਤੀਬਾੜੀ ਮਹਿਕਮੇ ਵੱਲੋਂ ਮਿਲੀ ਹੈ, ਤਾਂ ਬਹੁਤ ਸਾਰੇ ਕਿਸਾਨਾਂ ਨੂੰ ਪਤਾ ਨਹੀਂ ਸੀ। ਇਸ ਕਰਕੇ ਕਿਤੇ ਲੱਗਦਾ ਤੁਹਾਨੂੰ ਖੇਤੀਬਾੜੀ ਮਹਿਕਮੇ ਦਾ ਤੇ ਕਿਸਾਨਾਂ ਦਾ ਤਾਲਮੇਲ ਵਿੱਚ ਬਹੁਤ ਫਰਕ ਰਹਿ ਜਾਂਦਾ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ, ਉਸ ਪਾਸੇ ਧਿਆਨ ਹੀ ਨਾ ਰੱਖੋ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਕਿਸਾਨਾਂ ਦੀ ਇੱਛਾ ਨਹੀਂ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਜੀ? ਮੈਂ ਨਹੀਂ ਸਮਝਦਾ ਕਿਹੜੇ ਕਿਸਮ ਦੇ ਤੁਹਾਨੂੰ ਕਿਸਾਨ ਮਿਲੇ, ਕਿ ਉਹ ਕਿਸਾਨੀ 'ਚ ਆਉਂਦੇ ਵੀ ਹੈ ਕਿ ਨਹੀਂ ਆਉਂਦੇ। ਹੁਣ ਜੇ ਕੋਈ ਅਸੀਂ ਮੈਸੇਜ ਦੇ ਰਹੇ ਹਾਂ ਤਾਂ ਜੇ ਕੋਈ ਕੰਨ ਬੰਦ ਕਰ ਲੇ ਤੇ ਉਹ ਖੇਤੀਬਾੜੀ ਵਿਭਾਗ ਦਾ ਕਸੂਰ ਤਾਂ ਨਹੀਂ। ਤੇ ਹਰ ਸਾਲ ਸਾਡਾ ਨਾ ਇੱਕ ਜੇ 100 ਲੀਟਰ ਪਾਣੀ ਜ਼ਮੀਨ 'ਚ ਜਾਂਦਾ ਨਾ ਤਾਂ 165 ਲੀਟਰ ਅਸੀਂ ਬਾਹਰ ਕੱਢਦੇ ਹਾਂ। ਗਰਾਊਂਡ ਵਿੱਚ ਲਾਗੂ ਕਰਨ ਜਾਣਾ ਹੈ ਕੋਈ ਸਕੀਮਾਂ ਨੂੰ, ਪਰ ਤੁਹਾਨੂੰ ਪੈਸੇ ਦੀ ਦਿੱਕਤ ਆ ਗਈ ਕਿ ਉਹ ਨਹੀਂ ਕਰ ਪਾ ਰਹੇ। ਜਗਬਾਣੀ ਖੇਤੀਬਾੜੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੰਦੀਪ ਲਾਦੂਕਾ। ਕਿਸਾਨ ਵੀਰਾਂ ਨਾਲ ਜੁੜੀਆਂ ਅਹਿਮ ਗੱਲਾਂ ਤੇ ਅਸੀਂ ਚਰਚਾ ਕਰਾਂਗੇ। ਇਸ ਹਫ਼ਤਾਵਾਰੀ ਚਰਚਾ ਦੇ ਵਿੱਚ ਸਾਡੇ ਨਾਲ ਅੱਜ ਮੌਜੂਦ ਹੋਣਗੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਤੰਤਰ ਕੁਮਾਰ ਐਰੀ ਜੀ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ। ਸਭ ਤੋਂ ਪਹਿਲਾਂ ਗੱਲਾਂ ਤਾਂ ਬਹੁਤ ਨੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ ਹੋਈਆਂ, ਖੇਤੀਬਾੜੀ ਨੂੰ ਲੈ ਕੇ ਨਿਤ ਨਵੀਆਂ ਜਿਹੜੀਆਂ ਚੁਣੌਤੀਆਂ ਵੀ ਆਉਂਦੀਆਂ, ਕਿਸਾਨ ਉਹਨਾਂ ਨੂੰ ਪਾਰ ਵੀ ਕਰਦੇ ਨੇ। ਔਰ ਸਭ ਤੋਂ ਅਹਿਮ ਗੱਲ ਹੈ ਕਿ ਕਿਸਾਨ ਤਕਨੀਕੀ ਪੱਖ ਤੋਂ ਕਿਵੇਂ ਮਜ਼ਬੂਤ ਹੋ ਸਕਦੇ ਨੇ, ਇਸ ਬਾਰੇ ਖਾਸ ਤੌਰ ਤੇ ਚਰਚਾ ਕਰਾਂਗੇ। ਨਾਲ ਹੀ ਭਾਰਤ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਹੋਰਨਾਂ ਮੁਲਕਾਂ ਤੋਂ ਲੈ ਕੇ ਭਾਰਤ ਦੇ ਵਿੱਚ ਜਦੋਂ ਟਿੱਡੀ ਦਲ ਦਾ ਵੀ ਹਮਲਾ ਹੁੰਦਾ ਹੈ ਤਾਂ ਕਿਸਾਨ ਉਸ ਨੂੰ ਲੈ ਕੇ ਵੀ ਚਿੰਤਾ ਵਿੱਚ ਰਹਿੰਦੇ ਨੇ ਕਿ ਸਾਡੀ ਫਸਲ ਦੇ ਉੱਤੇ ਹਮਲਾ ਨਾ ਹੋ ਜਾਵੇ, ਕਿਉਂਕਿ ਟਿੱਡੀ ਦਲ ਦਾ ਜਦੋਂ ਹਮਲਾ ਹੁੰਦਾ ਹੈ ਤਾਂ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ ਤਾਂ ਅਕਾਲ ਪੈਣ ਦੀ ਸਥਿਤੀ ਵੀ ਜਿਹੜੀ ਹੈ ਬਣਨ ਦੀ ਨਜ਼ਰ ਵੀ ਆਉਂਦੀ ਹੈ। ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ। ਇਸ ਦੇ ਨਾਲ ਪਾਣੀ ਦੀ ਕਿਵੇਂ ਸਾਂਭ ਸੰਭਾਲ ਕੀਤੀ ਜਾ ਸਕਦੀ, ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ। ਤੇ ਕਿਸਾਨ ਖਾਸ ਤੌਰ ਤੇ ਮਿਆਰੀ ਬੀਜ, ਖਾਦਾਂ ਤੇ ਸਪਰੇਆਂ ਜਿਹੜੀਆਂ ਉਹ ਕਿਵੇਂ ਖਰੀਦਣ, ਕਿੱਥੋਂ ਖਰੀਦਣ, ਇਹ ਸਾਰਾ ਖੇਤੀਬਾੜੀ ਮਹਿਕਮੇ ਦਾ ਕਿਸਾਨਾਂ ਨਾਲ ਤਾਲਮੇਲ ਕਿਵੇਂ ਸਹੀ ਤੌਰ ਤੇ ਸਹੀ ਦਿਸ਼ਾ ਵਿੱਚ ਕੀਤਾ ਜਾ ਸਕਦਾ ਹੈ। ਤਮਾਮ ਗੱਲਾਂ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ ਜਿਹੜੀ, ਉਸ ਦੀ 21 ਜੁਲਾਈ ਨੂੰ ਇੱਕ ਰਿਪੋਰਟ ਆਉਂਦੀ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਟਿੱਡੀ ਦਲ ਦਾ ਹਮਲਾ ਹੈ ਜਿਹੜਾ ਉਹ ਦੇਖਿਆ ਜਾ ਸਕਦਾ, ਉਸ ਦੇ ਅਸਾਰ ਬਣੇ ਹੋਏ ਆ। ਉਸ ਦੀ ਰੋਕਥਾਮ ਦੇ ਲਈ ਜਾਂ ਉਸ ਤੋਂ ਪਹਿਲਾਂ ਜਿਹੜੇ ਪੁਖਤਾ ਪ੍ਰਬੰਧ ਖੇਤੀਬਾੜੀ ਮਹਿਕਮੇ ਵੱਲੋਂ ਕੀ ਕਰ ਲਏ ਗਏ ਹੈ ਕਿ ਕਿਸਾਨ ਟਿੱਡੀ ਦਲ ਦੇ ਹਮਲੇ ਤੋਂ ਬਚ ਸਕਦੇ ਆ? ਦੇਖੋ, ਇਹ ਲਗਾਤਾਰ ਪਿਛਲੇ 5-6 ਮਹੀਨੇ ਤੋਂ ਲਗਾਤਾਰ ਇਹ ਪੋਜੀਸ਼ਨ ਬਣ ਰਹੀ ਹੈ ਜੀ। ਔਰ ਜਿਹਦੇ 'ਚ ਇੱਕ ਦੋ ਵਾਰ ਸਾਡੇ ਬਾਰਡਰ ਤੇ ਜਿਹੜਾ ਆਪਣਾ ਫਾਜ਼ਿਲਕਾ ਡਿਸਟ੍ਰਿਕਟ ਹੈ ਉਹਦਾ ਬਰੇਕਾ, ਰੂਪਨਗਰ ਔਰ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਸੀਗਾ, ਦੂਜੇ ਪਾਸੇ ਰਾਜਸਥਾਨ ਦਾ ਬਾਰਡਰ ਆ ਆਪਣਾ, ਉੱਥੇ ਇਹ ਪੋਜੀਸ਼ਨ ਦੇਖਣ ਨੂੰ ਵੀ ਮਿਲੀ ਹੈ ਕਿ ਉੱਥੇ ਟਿੱਡੀ ਦਲ ਨੇ ਆਇਆ ਵੀ ਹੈ। 2 ਕਿਲੋਮੀਟਰ ਬਾਈ 2 ਕਿਲੋਮੀਟਰ ਦਾ ਜਿਹੜਾ ਕਿ ਕਰੀਬ 150 ਦਰਖਤ ਤੇ ਆ ਕੇ ਪਹਿਲੇ ਬੈਠਾ, ਕਿਉਂਕਿ ਇਹਦੀ ਇੱਕ ਨੇਚਰ ਹੈ ਟਿੱਡੀ ਦਲ ਦੀ। ਇਹਨੇ ਜਿਸਲੇ ਆਉਣਾ ਪਹਿਲੇ ਇਹਨੇ ਸੈਟਲ ਹੋਣਾ ਜੀ, ਸ਼ਾਮ ਨੂੰ ਇਹਨੇ ਰਾਤ ਨੂੰ ਕਿਸੇ ਦਰਖਤਾਂ ਤੇ ਜਾਂ ਉੱਚੀ ਜਗ੍ਹਾ ਤੇ ਬੈਠਣਾ। ਖੇਤੀਬਾੜੀ ਵਿਭਾਗ ਜਿਹੜਾ ਉਹ ਪੂਰਾ ਸੁਚੇਤ ਹੈ ਇਸ ਪੱਖੋਂ, ਅਸੀਂ ਪੂਰੇ ਪ੍ਰਬੰਧ ਕੀਤੇ ਹੈ। ਅਸੀਂ ਉਹਨੂੰ ਵੀ ਜਿਹੜਾ ਆਇਆ ਵੀ ਹੈ ਉਹਨੂੰ ਵੀ ਫਿਰ ਅਸੀਂ ਰਾਤੋਂ ਰਾਤ ਹੀ ਆਪਣੇ ਮੀਟਿੰਗਾਂ ਕਰਕੇ ਬਕਾਇਦਾ ਉੱਥੇ ਜਾ ਕੇ ਪਹੁੰਚ ਕੇ 3 ਡਿਸਟ੍ਰਿਕਾਂ ਨੂੰ ਮੈਂ ਖੁਦ ਰਾਤੀ 3:30 ਵਜੇ ਉੱਥੇ ਮੀਟਿੰਗ ਕੀਤੀ ਜਾ ਕੇ, ਸਾਰੇ ਆਪਣੇ ਅਮਲੇ ਨੂੰ ਇਕੱਠਾ ਕਰਕੇ ਅਸੀਂ ਪੂਰਾ ਉਹਨੂੰ ਸਵੇਰੇ 8 ਵਜੇ ਤੋਂ ਪਹਿਲਾਂ 9 ਵਜੇ ਤੋਂ ਉੱਡਣ ਤੋਂ ਪਹਿਲਾਂ ਉਹਨੂੰ ਅਸੀਂ 100% ਕੰਟਰੋਲ ਕਰ ਲਿਆ ਜੀ। ਸਿਰਫ ਇੱਥੇ ਮੈਂ ਇੱਕੋ ਹੀ ਜਾਣਕਾਰੀ ਦੇਣੀ ਚਾਹਾਂਗਾ, ਇਹਦੀ ਨੇਚਰ ਹੈ ਵੀ ਜਿਸਲੇ ਨੇ ਆਉਣਾ ਉੱਚੀਆਂ ਜਗ੍ਹਾ 'ਤੇ ਬਹਿਣਾ, ਜਿੱਦਾਂ ਮੈਂ ਪਹਿਲੇ ਵੀ ਦੱਸ ਕੇ ਹਟਿਆ। ਔਰ ਸੈਟਲ ਕਿੱਥੇ ਹੁੰਦਾ, ਕਿੱਥੇ ਬੈਠਦਾ, ਅਸੀਂ ਕਿਸਾਨਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੱਤੀ ਹੈ, ਜਗ੍ਹਾ ਜਗ੍ਹਾ ਉਹਨਾਂ ਨੂੰ ਇਹ ਸੁਨੇਹੇ ਪਹੁੰਚਾਏ ਹੈ, ਤੁਸੀਂ ਸਾਨੂੰ ਨਾਲ ਦੀ ਨਾਲ ਜਾਣਕਾਰੀ ਦੇਣੀ ਹੈ। ਔਰ ਅਸੀਂ ਫਿਰ ਉਹਨੂੰ ਰਾਤੋਂ ਰਾਤ ਹੀ ਕਿਸਾਨਾਂ ਦੀ ਮਦਦ ਨਾਲ ਹੋਰ ਆਪਣੇ ਜਿੰਨੇ ਵੀ ਪੱਖੋਂ ਸਹਿਯੋਗ ਨਾਲ ਇਹਨੂੰ ਖਤਮ ਕਰਦੇ ਹਾਂ ਜੀ। ਇਹਦੇ ਲਈ ਕੀ ਹੈ, ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਸਾਡੇ 2 ਪਿੰਡਾਂ ਪਿੱਛੇ ਇੱਕ ਫਾਰਮਰ ਫਰੈਂਡ ਬਣਾਏ ਹੋਏ ਆ, ਜਿਨ੍ਹਾਂ ਨਾਲ ਲਗਾਤਾਰ ਅਸੀਂ ਆਪਣੇ ਇੱਕ ਕੰਟਰੋਲ ਰੂਮ ਸਥਾਪਿਤ ਕੀਤੇ ਹੋਏ ਆ। ਜਿਹੜਾ ਸਾਡਾ ਬਲਾਕ ਪੱਧਰ ਤੇ ਕੰਟਰੋਲ ਰੂਮ ਹੈ, ਆਪਣੇ ਬਲਾਕ ਪੱਧਰ ਦੇ ਕੰਟਰੋਲ ਰੂਮਾਂ ਨੂੰ ਅਸੀਂ ਡਿਸਟ੍ਰਿਕਟ ਪੱਧਰ ਦੇ ਕੰਟਰੋਲ ਰੂਮਾਂ ਨਾਲ ਲਿੰਕ ਕੀਤਾ ਹੋਇਆ, ਡਿਸਟ੍ਰਿਕਟ ਪੱਧਰ ਦੇ ਕੰਟਰੋਲ ਰੂਮਾਂ ਨੂੰ ਅਸੀਂ ਸਟੇਟ ਪੱਧਰ ਦੇ ਕੰਟਰੋਲ ਰੂਮ ਨਾਲ ਲਿੰਕ ਕੀਤਾ ਹੋਇਆ। ਔਰ ਖ਼ਾਸ ਤੌਰ ਤੇ ਮੈਂ ਦੱਸਣਾ ਚਾਹਾਂਗਾ, ਖਾਸ ਗਾਂਹ ਵਧੂ ਕਿਸਾਨ
ਉਹਨਾਂ ਨਾਲ ਔਰ ਸਾਡੀਆਂ ਟੀਮਾਂ ਜਿਹੜੀਆਂ ਬਲਾਕ ਪੱਧਰ ਤੋਂ ਅਸੀਂ 3-4 ਟੀਮਾਂ ਜਿਹੜੀਆਂ ਹਨ ਆਪਣੇ ਹਰ ਇੱਕ ਅਫਸਰ ਦੀ ਰਹਿਨੁਮਾਈ 'ਚ ਉੱਥੇ ਏਰੀਏ 'ਚ ਮੂਵ ਕਰਦੇ ਰਹਿੰਦੇ ਹਾਂ, ਜਾਣਕਾਰੀ ਪੂਰੀ ਰੱਖਦੇ ਹਾਂ, ਕਿਸਾਨਾਂ ਤੱਕ ਹਰ ਕਿਸਮ ਦੀ ਜਾਣਕਾਰੀ ਪਹੁੰਚਾਉਂਦੇ ਹਾਂ, ਮਤਲਬ ਉਹਨਾਂ ਨੂੰ ਢੰਗ ਤਰੀਕੇ ਦੱਸਦੇ ਆ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਾਣਕਾਰੀ ਪਹੁੰਚਾਉਂਦੇ ਆ, ਸੁਚੇਤ ਰਹਿਣ ਦੇ ਤਰੀਕੇ ਦੱਸਦੇ ਆ ਔਰ ਲੋੜੀਂਦੇ ਪ੍ਰਬੰਧ ਤੇ ਉਹਦੇ ਵਾਸਤੇ ਕੀ ਪ੍ਰਬੰਧ ਕਰਨੇ ਆ, ਜਿਹਦੇ ਲਈ ਲੋੜੀਂਦੇ ਜਿੰਨੇ ਸਪਰੇ ਪੰਪਾਂ ਦਾ ਪ੍ਰਬੰਧ ਹੈ, ਜਿਹੜੀਆਂ ਚੀਜ਼ਾਂ ਜਿੱਦਾਂ ਸਾਰੇ ਉੱਥੇ ਅਸੀਂ ਡੀਸੀ ਸਾਹਿਬਾਨ ਦੀ ਜਿਹੜੀ ਕੋਆਰਡੀਨੇਸ਼ਨ ਨਾਲ ਕਮੇਟੀਆਂ ਬਣਾਈਆਂ ਹੋਈਆਂ, ਉਹਨਾਂ ਨਾਲ ਅਸੀਂ ਇੱਕ ਹਰ ਜ਼ਿਲ੍ਹੇ 'ਚ 2-2 ਵਾਰ ਇੱਕ ਜਿੱਦਾਂ ਹੁੰਦੀ ਨਾ ਵੀ ਐਕਸਰਸਾਈਜ਼ ਟਾਈਪ ਜੀ ਵੀ ਕਿਸ ਢੰਗ ਨਾਲ ਜੇ ਸਥਿਤੀ ਬਣ ਜੇ ਕਿਸ ਢੰਗ ਨਾਲ ਉਹਨੂੰ ਕੰਟਰੋਲ ਕਰਨਾ, ਉਹ 2-2 ਵਾਰੀ ਇੱਕ ਵਾਰੀ ਅਸੀਂ ਕਰ ਲਿਆ, ਜਿਹਦੇ 'ਚ ਸਾਰੇ ਮਹਿਕਮੇ ਦੀ ਕੋਆਰਡੀਨੇਸ਼ਨ ਖਾਸ ਤੌਰ ਤੇ ਅਸੀਂ ਉਹਦੇ ਵਿੱਚ ਇਨਵੋਲਵ ਕਰਦੇ ਹਾਂ। ਫਾਇਰ ਬ੍ਰਿਗੇਡ ਡਿਪਾਰਟਮੈਂਟ ਜਿਹੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿੰਨੀਆਂ ਉਹਨਾਂ ਕੋਲ 2 ਕਿਸਮ ਦੀਆਂ ਗੱਡੀਆਂ ਹਨ, ਵੱਡੀਆਂ ਹਨ, ਛੋਟੀਆਂ ਹਨ, ਤਾਂ ਕਿ ਛੋਟੀਆਂ ਗੱਡੀਆਂ ਨੂੰ ਅਸੀਂ ਪੂਰਾ ਇਨਵੋਲਵ ਕਰਦੇ ਹਾਂ, ਸਹੀ ਪਹੁੰਚ ਹੋ ਸਕੇ, ਸਹੀ ਪਹੁੰਚ ਤੇ ਵੱਡੀਆਂ ਨੂੰ ਵੀ ਨਾਲ ਇਨਵੋਲਵ ਕਰਦੇ ਹਾਂ ਔਰ ਉਹਨਾਂ ਨੂੰ ਰੈਡੀ ਰੱਖਦੇ ਹਾਂ ਜੀ। ਇਹ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਪੈਸ਼ਲੀ ਇਸੇ ਕੰਮ ਲਈ 1 ਕਰੋੜ ਰੁਪਈਆ ਸਾਨੂੰ ਮੁਹੱਈਆ ਕਰਾਇਆ, ਜਿਹਦੇ ਲਈ ਜਿੰਨੀਆਂ ਲੋੜੀਂਦੀਆਂ ਦਵਾਈਆਂ ਹਨ ਹਾਂਜੀ ਉਹਨਾਂ ਦਾ ਅਸੀਂ ਇਹ ਪੂਰੇ ਪੰਜਾਬ ਲਈ ਰਕਮ ਦੱਸ ਰਹੇ ਹੋ? ਪੂਰੇ ਪੰਜਾਬ ਲਈ ਇਸੇ ਕੰਮ ਲਈ ਜੀ ਜਿਹੜਾ ਅਸੀਂ ਦਵਾਈਆਂ ਦਾ ਪੂਰਾ ਪ੍ਰਬੰਧ ਕਰ ਲਿਆ, ਜੀ ਜਿਹਦੇ 'ਚ ਅਸੀਂ 6 ਜਗ੍ਹਾ ਤੇ ਪਹਿਲੇ ਤਾਂ ਇੱਕ ਮੇਨ ਸੈਂਟਰ ਬਣਾਏ ਹੈ ਜਿੱਥੇ ਅਸੀਂ ਮੇਨ ਸਟਾਕ ਰੱਖਿਆ, ਬਾਕੀ ਹਰ ਜ਼ਿਲ੍ਹੇ 'ਚ ਥੋੜੀ ਦਵਾਈ ਜਿਹੜੀ ਹੈ ਉਹ ਪਹੁੰਚਾਤੀ ਹੈ ਜੀ, ਤਾਂ ਕਿ ਇੱਕਦਮ ਅਟੈਕ ਆਏ, ਤਾਂ ਕਿ ਉਸ ਦਵਾਈ ਨਾਲ ਇੱਕਦਮ ਅਸੀਂ ਉਹਨੂੰ ਰੋਕ ਸਕਦੇ ਹਾਂ। ਫਿਰ ਪਿੱਛੇ ਜਿੱਥੇ ਅਸੀਂ ਮੇਨ ਸਟਾਕਸ ਰੱਖੇ ਹੈ ਉੱਥੋਂ ਫਿਰ ਅਸੀਂ ਪਹੁੰਚਾ ਕੇ ਉਸ ਜਗ੍ਹਾ ਨੂੰ ਕੰਟਰੋਲ ਕਰਦੇ ਨੇ। ਇਸੇ ਤਰ੍ਹਾਂ ਅਸੀਂ ਉਹ ਲਿਸਟਾਂ ਬਣਾ ਲਈਆਂ ਵੀ ਜ਼ਿਲ੍ਹੇ 'ਚ ਕਿਹੜੀ ਜਗ੍ਹਾ 'ਚ ਵੱਡੇ ਪਾਵਰ ਸਪਰੇਅਰ ਹੈਗੇ। ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇ ਰਹੇ ਹੋ ਤੁਸੀਂ, ਕਿਸ ਤਰ੍ਹਾਂ ਦੇ ਅਸੀਂ ਪੁਖਤਾ ਪ੍ਰਬੰਧ ਕੀਤੇ ਤੇ ਅਸੀਂ ਠੱਲ ਜਿਹੜੀ ਉਹ ਕਰ ਲਾਂਗੇ, ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਲੋੜ ਨਹੀਂ, ਸਿਰਫ ਸੁਚੇਤ ਰਹਿਣ ਦੀ ਲੋੜ ਹੈ। ਜੀ ਤੁਸੀਂ ਤੁਹਾਡੀ ਗੱਲ ਮੈਂ ਰੱਖਣ ਦਾ ਮੌਕਾ ਦਿੱਤਾ। ਮੇਰਾ ਸਵਾਲ ਇਹ ਹੈ ਕਿ ਫਿਰੋਜ਼ਪੁਰ ਦੇ ਕਿਸਾਨਾਂ ਨਾਲ ਜਦੋਂ ਅਸੀਂ ਰਾਬਤਾ ਕਾਇਮ ਕੀਤਾ, ਜਦੋਂ FAO ਦੀ ਰਿਪੋਰਟ ਆਉਂਦੀ ਹੈ ਕਿ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ, ਖੇਤੀਬਾੜੀ ਮਹਿਕਮੇ ਵੱਲੋਂ ਮਿਲੀ ਹੈ, ਜੇ ਕਿਸੇ ਹੋਰ ਥਰੂ ਮੀਡੀਆ ਦੇ ਥਰੂ ਮਿਲੀ ਹੈ, ਤਾਂ ਬਹੁਤ ਸਾਰੇ ਕਿਸਾਨਾਂ ਨੂੰ ਪਤਾ ਨਹੀਂ ਸੀ। ਇਸ ਕਰਕੇ ਕਿਤੇ ਲੱਗਦਾ ਤੁਹਾਨੂੰ ਖੇਤੀਬਾੜੀ ਮਹਿਕਮੇ ਦਾ ਤੇ ਕਿਸਾਨਾਂ ਦਾ ਤਾਲਮੇਲ ਵਿੱਚ ਬਹੁਤ ਫਰਕ ਰਹਿ ਜਾਂਦਾ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਦੇਖੋ, ਕਿਸਾਨਾਂ ਨੂੰ ਜਾਗਰੂਕਤਾ ਹੋਣੀ, ਆਪਣੀਆਂ ਸਮੱਸਿਆ ਬਾਰੇ ਨਾਲ ਦੀ ਨਾਲ ਹੀ ਜਾਗਰੂਕ ਰਹਿਣਾ ਜ਼ਰੂਰੀ ਹੈ। ਖੇਤੀਬਾੜੀ ਵਿਭਾਗ ਦਾ ਕੰਮ ਇਹ ਨਹੀਂ ਹੈ ਵੀ ਜਾ ਕੇ FAO ਦੀ ਰਿਪੋਰਟ ਪੜ੍ਹਾਈਏ ਕਿਸਾਨਾਂ ਨੂੰ। ਖੇਤੀਬਾੜੀ ਵਿਭਾਗ ਦਾ ਕੰਮ ਹੈ ਉਹਦੀ ਲਈ ਤਿਆਰੀ ਰੱਖਣੀ, ਕਿਸਾਨਾਂ ਨੂੰ ਜਾਗਰੂਕ ਰੱਖਣਾ, ਜਿਹੜੀ ਕਿ ਤਿਆਰ ਰੱਖਣਾ। ਤਿਆਰੀ ਵਿੱਚ ਜਾਗਰੂਕਤਾ ਵੀ ਆਉਂਦੀ ਹੈ ਨਾ। ਖੇਤੀਬਾੜੀ ਵਿਭਾਗ ਨੂੰ ਨੈਚੁਰਲੀ ਜਾਗਰੂਕ ਕਰਨਾ, ਜਾਗਰੂਕ ਕਰਨਾ, ਰਿਪੋਰਟ ਪੜਾਉਣੀ ਕੰਮ ਨਹੀਂ, ਜਾਗਰੂਕ ਕਰਨਾ ਕੰਮ ਹੈ। ਔਰ ਨਾਲ ਦੀ ਨਾਲ ਹੀ ਲੋੜੀਂਦੇ ਪ੍ਰਬੰਧ ਜਿਹੜੇ ਲੋੜ ਲਈ ਉਸ ਕੰਮ ਨੂੰ ਰੋਕਣ ਲਈ ਲੋੜੀਂਦੇ ਹਨ ਉਹ ਪ੍ਰਬੰਧ ਕਰਨੇ, ਉਹ ਖੇਤੀਬਾੜੀ ਵਿਭਾਗ ਹਰ ਪੱਖੋਂ ਪ੍ਰਬੰਧ ਕਰ ਚੁੱਕਾ ਹੈ। ਔਰ ਮੋਰਓਵਰ ਮੈਂ ਜਿੱਦਾਂ ਦੱਸਿਆ, ਹਰ ਜ਼ਿਲ੍ਹੇ 'ਚ 2-2 ਵਾਰ ਇੱਕ ਐਕਸਰਸਾਈਜ਼ ਕਿਸ ਢੰਗ ਨਾਲ ਇਸ ਕੰਮ ਨੂੰ ਕੰਟਰੋਲ ਕਰਨਾ, ਸਾਰੇ ਮਹਿਕਮਿਆਂ ਨੂੰ ਇਨਵੋਲਵ ਕਰਕੇ ਕਰ ਚੁੱਕਾ। DC ਸਾਹਿਬ ਦੀ ਰਹਿਨੁਮਾਈ 'ਚ, DC ਸਾਹਿਬ ਉਹਦੇ ਓਵਰਆਲ ਕੰਟਰੋਲਰ ਹੈ। ਸੋ ਹਰ ਪੱਖੋਂ ਖੇਤੀਬਾੜੀ ਵਿਭਾਗ ਸੁਚੇਤ ਹੈ, ਪੂਰਾ ਇਸ ਵੇਲੇ ਹਰ ਕਿਸਮ ਦੀ ਸਥਿਤੀ ਨੂੰ ਸੰਭਾਲਣ ਲਈ ਯੋਗ ਹੈ। ਜੀ, ਸੁਚੇਤ ਦੀ ਤੁਸੀਂ ਗੱਲ ਕੀਤੀ ਹੈ। ਮੇਰਾ ਇੱਥੇ ਇੱਕ ਹੋਰ ਜ਼ਿਹਨ 'ਚ ਸਵਾਲ ਆ ਰਿਹਾ ਕਿ ਸਿਹਤ ਬੀਮਾ ਯੋਜਨਾ ਦੀ ਜਿਹੜੀ ਮੁਹਿੰਮ ਚੱਲੀ ਪੰਜਾਬ ਦੇ ਵਿੱਚ ਕਿ ਕਿਸਾਨ ਅਪਲਾਈ ਕਰਨ, ਜੇ ਫਾਰਮ ਦੀ ਹੁਣ ਜਿਹੜੀ ਆ ਮਿਤੀ ਵੀ ਵਧਾ ਦਿੱਤੀ ਗਈ ਹੈ, ਅਗਸਤ ਦੀ ਤਰੀਕ 'ਚ ਕਰ ਦਿੱਤੀ ਗਈ ਹੈ। ਪਹਿਲਾਂ ਜਿਹੜੀ ਕਿ 22-23 ਜੁਲਾਈ ਤੱਕ ਸੀ, ਇਹ 24 ਜੁਲਾਈ ਤੱਕ ਸੀ ਕਿ ਫਾਰਮ ਭਰ ਸਕਦੇ ਆ। ਬਹੁਤ ਸਾਰੇ ਕਿਸਾਨਾਂ ਨੂੰ ਜੇ ਫਾਰਮ ਤੱਕ ਦਾ ਵੀ ਨਹੀਂ ਪਤਾ ਸੀ ਅਸੀਂ ਅਪਲਾਈ ਕਿੱਥੇ ਕਰਨਾ। ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਸੀ ਉਦੋਂ ਉਹਦੇ ਵਿੱਚ ਲਾਈਵ ਕਮੈਂਟ ਆਉਂਦੇ ਆ ਸਾਨੂੰ ਕਿ ਸਾਨੂੰ ਦੱਸਿਆ ਜਾਵੇ ਪਲੀਜ਼। ਤੁਸੀਂ ਜਿਵੇਂ ਕਿਹਾ ਕਿ ਸਾਡਾ ਕੰਮ ਹੈ ਪੁਖਤਾ ਪ੍ਰਬੰਧ ਕਰ ਲੈਣੇ, ਪਰ ਲੋਕ ਜਾਗਰੂਕ ਫਿਰ ਵੀ ਨਹੀਂ ਕਿਉਂ ਹੋਣੀ ਪਾਉਂਦੇ, ਜਾਣਕਾਰੀ ਕਿਉਂ ਨਹੀਂ ਪਹੁੰਚ ਪਾਉਂਦੀ? ਦੇਖੋ, ਇੱਕ ਤੁਹਾਡੇ ਕੋਲ ਤੁਹਾਨੂੰ ਹੈ ਵੀ ਖੁਦ ਆਪਣੀ ਇੱਛਾ ਵੀ ਹੋਣੀ ਚਾਹੀਦੀ ਹੈ ਵੀ ਮੈਂ ਗਿਆਨ ਪ੍ਰਾਪਤ ਕਰਾਂ। ਗਿਆਨ ਇੱਕ ਇਹੋ ਜਿਹੀ ਚੀਜ਼ ਹੈ ਵੀ ਜਿਹਨੂੰ ਪ੍ਰਾਪਤ ਕਰਨਾ ਪੈਣਾ। ਜੇ ਤੁਸੀਂ ਕਹੋ ਵੀ ਤੁਸੀਂ ਉਹਨੂੰ ਕੋਈ ਆਪਣੀ ਇੱਛਾ ਹੀ ਨਾ ਹੋਏ ਜਾਂ ਤੁਸੀਂ ਉਸ ਪਾਸੇ ਧਿਆਨ ਹੀ ਨਾ ਰੱਖੋ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਕਿਸਾਨਾਂ ਦੀ ਇੱਛਾ ਨਹੀਂ ਹੈ ਜਾਗਰੂਕਤਾ? ਪੰਜਾਬ ਦੀ ਕਿਸਾਨਾਂ ਦੀ ਇੱਛਾ ਹਰ ਕਿਸਮ ਦੇ, ਜਿੱਦਾਂ ਹੁਣ ਤੁਹਾਨੂੰ ਜਿਹੜੇ ਮਿਲੇ ਹੈ, ਜਿਹੜੇ ਤੁਸੀਂ ਕਹਿ ਰਹੇ ਹੋ, ਮੈਂ ਨਹੀਂ ਸਮਝਦਾ ਕਿਹੜੇ ਕਿਸਮ ਦੇ ਤੁਹਾਨੂੰ ਕਿਸਾਨ ਮਿਲੇ ਹੈ। ਕੀ ਉਹ ਕਿਸਾਨੀ 'ਚ ਆਉਂਦੇ ਵੀ ਹੈ ਕਿ ਨਹੀਂ ਆਉਂਦੇ? ਕੀ ਉਹ ਕਿਸਾਨ, ਜੇ ਕਿਸਾਨ ਨੇ ਤਾਂ ਉਹਨਾਂ ਨੇ ਸਵਾਲ ਕੀਤੇ ਮੈਂ ਕੀ ਕਹਿ ਰਿਹਾ ਨਾ ਵੀ ਜੇ ਕਿਸਾਨ ਹੈ, ਜੇ ਕਿਸਾਨ ਜਿਹੜਾ ਹੈ ਪੰਜਾਬ ਦਾ,
ਉਹ ਹਮੇਸ਼ਾ ਹੀ ਆਪਣੀ ਇੱਛਾ ਰੱਖਦਾ ਔਰ ਆਪਣੀ ਲੋੜ ਮੁਤਾਬਕ ਜਾਗਰੂਕ ਰਹਿੰਦਾ ਜੀ। ਔਰ ਜਾਗਰੂਕਤਾ ਲਈ ਸਾਡੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਰਮਚਾਰੀਆਂ ਦੇ ਸੰਪਰਕ ਵਿੱਚ ਰਹਿੰਦਾ। ਮੈਂ ਇਸ ਗੱਲ ਤੇ ਯਕੀਨ ਕਰਦਾ, ਮੈਨੂੰ 38 ਸਾਲ ਵਿਭਾਗ 'ਚ ਹੋ ਗਏ ਹੈ ਕੰਮ ਕਰਦੇ ਨੂੰ, 39ਵਾਂ ਸਾਲ ਮੇਰਾ ਜਾ ਰਿਹਾ। ਜਿਹੜਾ ਕਿਸਾਨ ਹੈ ਉਹ ਹਰ ਵੇਲੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਰੱਖਦਾ ਔਰ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਆਪਣੇ ਹਰ ਪੱਧਰ ਤੇ ਜੇ ਸਬ ਇੰਸਪੈਕਟਰ ਹੈ ਉਹਨੇ ਵੀ ਆਪਣੇ ਕਿਸਾਨਾਂ ਦੇ ਜਿਹੜੇ ਸੰਬੰਧਿਤ ਕਿਸਾਨ ਉਹਨਾਂ ਦੇ WhatsApp ਗਰੁੱਪ ਤੱਕ ਬਣਾਏ ਹੋਏ ਹੈ। ਸਾਡੇ ਏਡੀਓ ਬਲਾਕ ਐਗਰੀਕਲਚਰ ਏਡੀਓ ਨਾ ਖੇਤੀਬਾੜੀ ਵਿਕਾਸ ਅਫਸਰ ਉਹਨਾਂ ਨੇ WhatsApp ਗਰੁੱਪ ਬਣਾਏ ਹੋਏ ਹੈ, ਕਿਸਾਨਾਂ ਨਾਲ ਲਗਾਤਾਰ ਲਿੰਕਡ ਹੈ। ਇੱਦਾਂ ਹੀ ਬਲਾਕ ਐਗਰੀਕਲਚਰ ਅਫਸਰ ਵੀ ਨੇ ਵੀ ਬਣਾਏ ਹੋਏ ਹੈ, ਇਹ ਸਾਡੇ ਖੇਤੀਬਾੜੀ ਅਫਸਰਾਂ ਨੇ ਵੀ ਬਣਾਏ ਹੋਏ ਆ। ਮੇਰਾ ਕਹਿਣ ਦਾ ਭਾਵ ਖੇਤੀਬਾੜੀ ਵਿਭਾਗ ਕਿਸਾਨਾਂ 'ਚ ਵਿਚਰਦਾ ਵੀ ਹੈ, ਕਿਸਾਨਾਂ ਨਾਲ ਸੰਪਰਕ ਵੀ ਰੱਖਦਾ ਔਰ ਹਰ ਸੋਸ਼ਲ ਮੀਡੀਆ ਨਾਲ ਹਰ ਪਾਸਿਓਂ ਅਖਬਾਰਾਂ ਰਾਹੀਂ। ਦੇਖੋ ਮੈਂ ਤੁਹਾਡੇ ਕੋਲ ਆਇਆ, ਤੁਹਾਡੇ ਨਾਲ ਮੈਂ ਹਰ ਇੱਕ ਕਿਸਾਨਾਂ ਤੱਕ ਹੀ ਜਾਣਕਾਰੀ ਦੇਣਾ ਹੈ। ਬਿਲਕੁਲ ਸਾਡਾ ਮਕਸਦ ਇਹੀ ਹੈ ਕਿ ਜਾਣਕਾਰੀ ਦਾ ਭਾਵ ਮੈਂ ਕਿਉਂ ਆ ਰਿਹਾ, ਮੈਂ ਕਿਉਂ ਘੁੰਮ ਰਿਹਾ, ਮੈਂ ਟੀਵੀ 'ਚ ਵੀ ਜਾ ਕੇ ਕਿਸਾਨਾਂ ਨੂੰ ਜਾਣਕਾਰੀ ਦੇ ਰਿਹਾ, ਅਖਬਾਰਾਂ ਰਾਹੀਂ ਵੀ ਅਸੀਂ ਜਾਣਕਾਰੀ ਦੇ ਰਹੇ ਹਾਂ। ਹਾਂਜੀ, ਅਸੀਂ ਹੋਰ ਮੀਡੀਆ ਸੋਸ਼ਲ ਮੀਡੀਆ ਰਾਹੀਂ ਵੀ ਜੋ ਸੰਭਵ ਹੋ ਸਕਦਾ ਜਾਣਕਾਰੀ ਪਹੁੰਚਾ ਰਹੇ ਹਾਂ। ਕਿਉਂ ਕੀ ਹੈ ਇਹ ਅਸੀਂ ਕਿਸਾਨਾਂ ਤੱਕ ਹੀ ਮੈਸੇਜ ਪਹੁੰਚਾ ਰਹੇ ਹਾਂ ਨਾ। ਤੇ ਇਹ ਹੁਣ ਜੇ ਕੋਈ ਅਸੀਂ ਮੈਸੇਜ ਦੇ ਰਹੇ ਹਾਂ ਤਾਂ ਜੇ ਕੋਈ ਕੰਨ ਬੰਦ ਕਰ ਲੇ ਤੇ ਉਹ ਖੇਤੀਬਾੜੀ ਵਿਭਾਗ ਦਾ ਕਸੂਰ ਤਾਂ ਨਹੀਂ ਹੈ। ਗਿਆਨ ਪ੍ਰਾਪਤ ਕਰਨ ਦੀ ਇੱਛਾ ਦਾ ਹੋਣਾ ਵੀ ਬੜਾ ਜ਼ਰੂਰੀ ਹੈ ਔਰ ਸਾਨੂੰ, ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਵੀ ਸਾਨੂੰ ਹਰ ਚੀਜ਼ ਮੌਕੇ ਦੀ ਸਮੱਸਿਆ ਜਿਹੜੀ ਹੈ ਬਾਰੇ ਮੈਨੂੰ ਦੱਸਣ, ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਂ ਯਕੀਨ ਦਵਾਉਣਾ ਕਿਸੇ ਕਿਸਮ ਦੀ ਖੇਤੀਬਾੜੀ ਵਿਭਾਗ ਔਰ ਕਿਸਾਨਾਂ ਦੇ ਵਿੱਚ ਗੈਪ ਨਹੀਂ ਮਿਲੇਗਾ, ਨਹੀਂ ਹੈ, ਨਹੀਂ ਹੋ ਸਕਦਾ। ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ ਬਹੁਤ ਦੇਖਣ ਨੂੰ ਮਿਲਿਆ। ਤੁਸੀਂ ਵੀ ਜੇ ਸਹਿਮਤ ਹੋ ਤਾਂ ਆਪਣਾ ਖੇਤੀਯੋਗ ਰਕਬਾ ਪੰਜਾਬ ਦਾ 41 ਲੱਖ ਹੈਕਟੇਅਰ ਤੋਂ ਵੱਧ ਦੀ ਜ਼ਮੀਨ ਹੈ ਜਿੱਥੇ ਖੇਤੀ ਹੁੰਦੀ ਹੈ ਔਰ ਉਸ ਦੇ ਵਿੱਚੋਂ ਬਹੁਤਾ ਜਿਹੜਾ ਹੈਗਾ ਰਕਬਾ ਸਾਉਣੀ ਦੀ ਫਸਲ ਦੇ ਵਿੱਚ ਵੇਖੀਏ ਤੇ ਅਸੀਂ ਝੋਨੇ ਦੀ ਬਿਜਾਈ ਹੋ ਜਾਂਦੀ ਹੈ। ਪਿਛਲੇ ਸਾਲ ਵੀ 30 ਲੱਖ ਹੈਕਟੇਅਰ ਤੋਂ ਵੱਧ ਬਿਜਾਈ ਹੋਈ ਝੋਨੇ ਦੀ। ਉਸ ਦੇ ਵਿੱਚੋਂ ਐਤਕੀ ਹੈ ਜਿਹੜਾ ਸਿੱਧੀ ਬਿਜਾਈ ਦਾ ਰੁਝਾਨ ਬਹੁਤ ਦੇਖਣ ਨੂੰ ਮਿਲਿਆ, ਜਿਸ ਨਾਲ ਪਾਣੀ ਦੀ ਬੱਚਤ ਦੀ ਗੱਲ ਹੋ ਰਹੀ ਹੈ ਤੇ ਲੇਬਰ ਦੀ ਘਾਟ ਸੀ ਬਹੁਤ ਵੱਡੀ, ਉਸ ਨੂੰ ਸਮੱਸਿਆ ਨੂੰ ਕਿਵੇਂ ਟੈਕਲ ਕੀਤਾ ਕਿਸਾਨਾਂ ਨੇ। ਉਹ ਸਿੱਧੀ ਬਿਜਾਈ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕਿ ਕਿਸਾਨਾਂ ਨੂੰ ਉਦੋਂ ਵੀ ਸਮੱਸਿਆਵਾਂ ਆਈਆਂ, ਬਹੁਤ ਜਣਿਆਂ ਨੇ ਸਿੱਧੀ ਬਿਜਾਈ ਵਾਲੇ ਪਾਸੇ ਗਏ ਪਰ ਉਹਨਾਂ ਨੂੰ ਤਕਨੀਕ ਦਾ ਪਤਾ ਨਹੀਂ ਸੀ ਤੇ ਫੇਲ ਵੀ ਹੋਏ ਤੇ ਝੋਨਾ ਵਾਹੁਣਾ ਪਿਆ, ਫਿਰ ਦੁਬਾਰਾ ਉਹਦੀ ਜਿਹੜੀ ਲਵਾਈ ਲਾਉਣੀ ਪਈ। ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ। ਦੇਖੋ 30 ਲੱਖ 5000 ਹੈਕਟੇਅਰ ਦਾ ਤੁਸੀਂ ਦਾ ਗੱਲ ਕੀਤੀ ਹੈ, 30 ਲੱਖ 2 ਸਾਲ ਪਹਿਲੇ ਦੀ ਰਕਬਾ ਹੈ, 30 ਲੱਖ 5000 ਹੈਕਟੇਅਰ। ਉਹ ਤੋਂ ਪਿਛਲੇ ਸਾਲ ਮੈਂ ਤੁਹਾਡੇ ਕੋਲ ਆਇਆ ਸੀਗਾ, ਮੈਨੂੰ ਯਾਦ ਆ, ਤੇ ਉਸ ਸਾਲ ਅਸੀਂ ਬੜੀ ਇੱਕ ਕਿਸਾਨਾਂ ਤੱਕ ਸੁਨੇਹਾ ਪਹੁੰਚਾਇਆ ਵੀ ਸਾਡੇ ਰਾਜ ਦੀ ਲੋੜ ਸਮਝੋ, ਰਾਜ ਤੁਹਾਡਾ ਹੈ, ਬਿਲਕੁਲ ਇੱਥੇ ਤੁਸੀਂ ਜੀਣਾ, ਤੁਹਾਡੇ ਬੱਚਿਆਂ ਨੇ ਜੀਣਾ। ਦੇਖੋ ਉਸ ਕੁਦਰਤ ਨੇ ਇੰਨੀਆਂ ਨਿਆਮਤਾਂ ਬਖਸ਼ੀਆਂ ਤੁਹਾਡੇ ਵਾਸਤੇ ਬਖਸ਼ੀਆਂ, ਸਾਰਾ ਕੁਝ ਕ੍ਰੀਏਟ ਕਰਕੇ ਤੁਹਾਨੂੰ ਆਪਣੇ ਅੰਸ਼ ਦੇ ਰੂਪ 'ਚ ਇੱਥੇ ਇਹਨਾਂ ਨੂੰ ਇੰਜੋਏ ਕਰਨ ਭੇਜਿਆ ਔਰ ਨਾਲ ਇਹਨਾਂ ਨੂੰ ਸਾਂਭਣ ਭੇਜਿਆ। ਬਿਲਕੁਲ ਇਹਨਾਂ ਨੂੰ ਇੰਜੋਏ ਕਰਨਾ, ਇਹਨਾਂ ਦਾ ਫਾਇਦਾ ਲੈਣਾ, ਇਹਨਾਂ ਤੋਂ ਆਪਣਾ ਖੁਰਾਕ ਲੈਣੀ ਜਾਂ ਆਪਣਾ ਜੋ ਵੀ ਫਾਇਦੇ ਲੈਣੇ, ਪਰ ਉਨੇ ਕੁ ਲੈਣੇ, ਫਿਰ ਇਹਨਾਂ ਨੂੰ ਸਾਂਭਣਾ ਵੀ ਨਾਲ ਹੈ, ਇਹਨਾਂ ਨੂੰ ਰੱਖਣਾ ਵੀ ਨਾਲ ਹੈ, ਇਹਨਾਂ ਨੂੰ ਘਟਣ ਨਹੀਂ ਦੇਣਾ, ਇਹਨਾਂ ਦੀ ਰਾਖੀ ਵੀ ਕਰਨੀ ਹੈ ਔਰ ਅਗਲੀਆਂ ਆਪਣੀਆਂ ਜਨਰੇਸ਼ਨਸ ਤੱਕ ਵੀ ਪਹੁੰਚਾਉਣਾ, ਅਗਲੀਆਂ ਪੀੜ੍ਹੀਆਂ ਨੂੰ ਵੀ ਦੇ ਕੇ ਜਾਣਾ, ਤਾਂ ਕਿ ਇਸੇ ਤਰ੍ਹਾਂ ਇਹ ਖੇਤੀ ਹੁੰਦੀ ਰਹੇ, ਸਗੋਂ ਹੋਰ ਵਧੀਆ ਢੰਗ ਨਾਲ ਸਾਡੇ ਅਗਲੀਆਂ ਜਨਰੇਸ਼ਨਸ ਇਹਨੂੰ ਮੰਨਣ। ਸੋ ਉਸ ਪੱਖੋਂ ਇਹਨੂੰ ਬਚਾ ਕੇ ਰੱਖਣਾ ਸਾਡਾ ਆਪਣੇ ਵਾਤਾਵਰਣ ਨੂੰ, ਆਪਣੇ ਪਾਣੀ ਨੂੰ, ਕੁਦਰਤੀ ਸੋਮਿਆਂ ਆਪਣੇ ਵਾਤਾਵਰਣ ਨੂੰ, ਆਪਣੇ ਪਾਣੀ ਨੂੰ, ਆਪਣੀ ਮਿੱਟੀ ਦੀ ਸਿਹਤ ਨੂੰ, ਤਿੰਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਅਤੀ ਜ਼ਰੂਰੀ। ਬਿਲਕੁਲ, ਜਿਹਦੇ ਚੋਂ ਪਾਣੀ ਮੁੱਖ ਹੈ। ਜੇ ਪਾਣੀ ਨਾ ਹੋਇਆ ਸਭ ਕੁਝ ਖਤਮ। ਆਪਾਂ ਕਹਿੰਦੇ ਆ ਨਾ ਬਿਲਕੁਲ ਵੀ ਜ਼ਮੀਨ 'ਚ ਪਾਣੀ ਹੈ ਜੀ, ਕੁੱਖ 'ਚ ਧੀ, ਜ਼ਮੀਨ 'ਚ ਪਾਣੀ, ਮੁੱਕ ਗਏ ਤਾਂ ਖਤਮ ਕਰ। ਬਿਲਕੁਲ, ਉਸ ਪੱਖੋਂ ਆਪਣੇ ਇਸ ਕੁਦਰਤੀ ਸੋਮੇ ਨੂੰ ਸਾਂਭਣਾ ਸਾਡੀ ਮੁੱਖ ਜ਼ਿੰਮੇਵਾਰੀ। ਉਸ ਪੱਖੋਂ ਅਸੀਂ 30 ਲੱਖ 5000 ਹੈਕਟੇਅਰ ਤੋਂ ਰਕਬਾ ਘਟਾਉਣ ਲਈ ਕਿਸਾਨ ਵੀਰਾਂ ਨੂੰ ਸੁਨੇਹਾ ਦਿੱਤਾ ਵੀ ਕਿਉਂਕਿ ਸਾਡਾ ਵਾਟਰ ਟੇਬਲ ਲਗਾਤਾਰ ਥੱਲੇ ਜਾਂਦਾ। ਬਿਲਕੁਲ, ਤੁਹਾਨੂੰ ਮੈਂ ਥੋੜਾ ਜਿਹਾ ਪਿਛੋਕੜ ਯਾਦ ਕਰਾਵਾਂ। 2009 ਤੋਂ ਪਹਿਲਾਂ ਸਾਡਾ ਵਾਟਰ ਟੇਬਲ ਲਗਾਤਾਰ 74 ਸੈਂਟੀਮੀਟਰ ਹਰ ਸਾਲ ਨੀਵਾਂ ਜਾਂਦਾ। ਬਿਲਕੁਲ ਜਾਂਦਾ ਰਿਹਾ। ਜਦੋਂ ਸਬ ਸੋਇਲ ਵਾਟਰ ਪ੍ਰੀਜ਼ਰਵੇਸ਼ਨ ਐਕਟ 2009 ਚ ਬਣਿਆ, ਸ਼ਾਇਦ ਤੁਹਾਨੂੰ ਯਾਦ ਹੋਏ, ਅਸੀਂ ਲੋਕਾਂ ਦਾ ਜਾ ਕੇ ਜਿਹੜੇ ਕਿਸੇ ਨੇ ਅਗੇਤਾ ਝੋਨਾ ਲਾ ਲਿਆ ਉਹਨੂੰ ਭੋਂਦੇ ਰਹੇ ਹਾਂ। ਬਿਲਕੁਲ, ਜੋ ਉਸ ਸਬ ਸੋਇਲ ਵਾਟਰ ਪ੍ਰੀਜ਼ਰਵੇਸ਼ਨ ਐਕਟ ਵਿੱਚ ਇੱਕ ਮਿਤੀ ਫਿਕਸ ਕਰਤੀ ਗਈ ਸੀ
ਵੀ ਕਿਸੇ ਕਿਸਾਨ ਨੇ 10 ਜੂਨ ਤੋਂ ਪਹਿਲੇ ਝੋਨਾ ਨਹੀਂ ਲਾਉਣਾ, ਬਿਲਕੁਲ ਇੱਕ ਮਿਤੀ 10 ਮਈ ਤੋਂ ਪਹਿਲੇ ਪਨੀਰੀ ਨਹੀਂ ਲਾਉਣੀ ਬੀਜਣੀ। ਉਸ ਮਿਤੀ ਤੋਂ ਪਹਿਲੇ ਜਿਹੜਾ ਕੋਈ ਜ਼ਿਮੀਂਦਾਰ ਬੀਜਦਾ ਸੀ ਅਸੀਂ ਜਾ ਕੇ ਬੋਂਦੇ ਰਹੇ ਹਾਂ, ਰੋਕਦੇ ਰਹੇ ਹਾਂ, ਸਮਝਾਉਂਦੇ ਰਹੇ। ਉਹਦਾ ਅਸਰ ਕੀ ਹੋਇਆ? ਹਾਂਜੀ, ਵੀ 25 ਸੈਂਟੀਮੀਟਰ ਪਾਣੀ ਦੇ ਪੱਧਰ ਦਾ ਬਚਾਅ ਹੋਇਆ। ਅੱਜ ਵੀ ਹੁਣ ਵੀ 49 ਸੈਂਟੀਮੀਟਰ ਹਰ ਸਾਲ ਪਾਣੀ ਨੀਵਾਂ ਜਾਂਦਾ। ਇਸ ਕਰਕੇ ਸਾਡੀ ਹੁਣ ਵੀ ਮੁੱਖ ਲੋੜ ਆ ਵੀ ਇਹਨੂੰ ਸਾਂਭਣਾ ਜੀ। ਪਾਣੀ ਤੇ ਝੋਨੇ ਦੀ ਫਸਲ ਦਾ ਸੰਬੰਧ ਇਸ ਤਰ੍ਹਾਂ ਹੈ। ਬਿਲਕੁਲ, ਮੈਂ ਇੱਕ ਮਿੰਟ ਤੁਹਾਨੂੰ ਰੋਕ ਰਿਹਾ ਕਿ ਪਾਣੀ ਤੇ ਝੋਨੇ ਦੀ ਫਸਲ ਦਾ ਸੰਬੰਧ ਬਹੁਤ ਜ਼ਿਆਦਾ ਹੈ, ਕਿਉਂਕਿ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਝੋਨੇ ਦੀ ਫਸਲ 'ਚ, ਸਭ ਨੂੰ ਪਤਾ ਹੈ, ਭਲੀ ਭਾਂਤ ਜਾਣੂ ਹੈ। ਪਰ ਇਸ ਨੂੰ ਘਟਾਉਣ ਦੇ ਲਈ ਜਿਹੜਾ ਰਕਬਾ ਤੁਸੀਂ ਵਧਾਇਆ, ਤੇ ਇਸ ਵਾਰੀ ਜਿਹੜੀ ਫਸਲਾਂ ਹੋਰ ਨਰਮੇ ਕਪਾਹ ਦੀ ਖਾਸ ਤੌਰ ਤੇ ਜੀ, ਜੇ ਅਸੀਂ ਦੇਖੀਏ ਤੇ ਹਰ ਸਾਲ ਸਾਡਾ ਨਾ ਜੇ 100 ਲੀਟਰ ਪਾਣੀ ਜ਼ਮੀਨ 'ਚ ਜਾਂਦਾ ਨਾ ਤੇ 165 ਲੀਟਰ ਅਸੀਂ ਬਾਹਰ ਕੱਢਦੇ ਹਾਂ। ਬਿਲਕੁਲ। ਔਰ ਜਿਹਦੇ ਵਿੱਚ ਕੁਝ ਸਾਡੇ ਜ਼ਿਲ੍ਹੇ ਹੈ ਜਿਹੜੇ 249 ਲੀਟਰ ਵੀ ਬਾਹਰ ਕੱਢਦੇ ਆ। ਇੱਕ 269 ਲੀਟਰ ਬਾਹਰ ਸੰਗਰੂਰ ਜ਼ਿਲ੍ਹਾ ਕੱਢਣ ਡਿਆ। ਔਰ ਇਹਦੇ ਵਿੱਚ ਬਾਹਰ ਕੱਢਣ ਵਿੱਚ 90% ਰੋਲ ਸਾਡੀ ਝੋਨੇ ਦੀ ਫਸਲ ਦਾ। ਇਸ ਕਰਕੇ ਝੋਨੇ ਦੀ ਫਸਲ ਨੂੰ ਘਟਾਉਣਾ ਸਾਡਾ ਮੁੱਖ ਮੰਤਵ ਹੈ। ਘਟਾਉਣ ਲਈ ਕੀਤਾ ਕੀ? ਘਟਾਉਣ ਲਈ ਮੈਂ ਹੁਣ ਤੁਹਾਨੂੰ ਦੱਸਦਾ, ਪਿਛਲੇ ਸਾਲ ਅਸੀਂ ਕਿਸਾਨ ਵੀਰਾਂ ਨੂੰ ਇਹ ਸੁਨੇਹਾ ਦਿੱਤਾ ਵੀ ਤੁਸੀਂ ਉਹ ਫਸਲਾਂ ਅਪਣਾਓ ਜਿਹੜੀਆਂ ਤੁਹਾਡੀਆਂ ਇਲਾਕੇ ਦੀ ਫਸਲ ਹੈ, ਜਿਹੜੀ ਤੁਹਾਡੀ ਕੁਦਰਤ ਵੱਲੋਂ ਬਖਸ਼ੀ ਹੋਈ ਉਸ ਇਲਾਕੇ ਨੂੰ ਫਸਲ ਹੈ। ਬਿਲਕੁਲ, ਉਹਨੂੰ ਅਪਣਾਓ। ਤੇ ਸਾਰਿਆਂ ਨੇ ਸਾਡਾ ਸੁਨੇਹਾ ਅਪਣਾਇਆ, ਇਸ ਵਾਰ ਵੀ ਅਪਣਾਇਆ। ਦੇਖੋ 2,68,000 ਹੈਕਟੇਅਰ ਕਾਟਨ ਦਾ ਰਕਬਾ ਸੀਗਾ ਅੱਜ ਤੋਂ 2 ਸਾਲ ਪਹਿਲੇ, ਜਦੋਂ 30,05,000 ਹੈਕਟੇਅਰ ਝੋਨੇ ਦਾ ਰਕਬਾ ਸੀਗਾ। ਅੱਜ 2 ਸਾਲਾਂ ਬਾਅਦ ਪਿਛਲੇ ਸਾਲ ਕਿਸਾਨਾਂ ਨੇ ਇਹਨੂੰ ਵਧਾ ਕੇ 3,92,000 ਹੈਕਟੇਅਰ ਕੀਤਾ ਕਾਟਨ ਨੂੰ, ਕਪਾਹ ਨੂੰ। ਇਸ ਸਾਲ ਵਧਾ ਕੇ 5,01,465 ਹੈਕਟੇਅਰ ਕੀਤਾ ਜੀ, ਜਿਹੜਾ ਹੁਣ ਬਿਜਾਈ ਹੋ ਚੁੱਕੀ ਹੈ। ਜਿਹੜੀ ਬਿਜਾਈ ਹੋ ਚੁੱਕੀ ਹੈ। 2,68,000 ਹੈਕਟੇਅਰ ਤੋਂ ਕਾਟਨ ਦਾ ਰਕਬਾ ਵੱਧ ਕੇ 5,01,465 ਹੈਕਟੇਅਰ ਹੋ ਗਿਆ। ਕਿਸਾਨ ਵੀਰ ਸਮਝੇ, ਬਣਾਇਆ। ਇਸੇ ਤਰ੍ਹਾਂ ਮੱਕੀ ਦੀ ਫਸਲ, ਬਿਲਕੁਲ ਮੱਕੀ ਦੀ ਫਸਲ ਹੈ। ਇੱਕ ਤਾਂ ਮੱਕੀ ਦੀ ਫਸਲ ਸਾਡੀ ਇਹਨਾਂ ਡਿਸਕਸ਼ਨ ਹੁੰਦੀ ਸੀਗੀ ਜੀ, ਪਰ ਅਸੀਂ ਉੱਥੇ ਵੀ ਸੁਨੇਹਾ ਦਿੱਤਾ, ਪਠਾਨਕੋਟ, ਹੁਸ਼ਿਆਰਪੁਰ, ਅਸੀਂ ਉੱਥੇ ਵੀ ਸੁਨੇਹਾ ਦਿੱਤਾ, ਮਾਲਵੇ 'ਚ ਵੀ, ਤੁਹਾਡੇ ਵੀ ਮੱਕੀ ਹੋ ਸਕਦੀ ਹੈ। ਉੱਥੇ ਸਾਡਾ ਐਥਨੋਲ ਦਾ ਪਲਾਂਟ ਵੀ ਲੱਗਾ ਹੋਇਆ ਬਠਿੰਡੇ ਜੀ, ਹੈ ਜੀ, ਜਿਹਦੇ ਵਾਸਤੇ ਮੱਕੀ ਦੀ ਮੁੱਖ ਲੋੜ ਆ। ਪਿਛਲੇ ਸਾਲ 8,000 ਹੈਕਟੇਅਰ ਕਿਸਾਨਾਂ ਨੇ ਪਹਿਲੀ ਵਾਰ ਮੱਕੀ ਬੀਜੀ, ਔਰ ਐਤਕੀ ਕਿਸਾਨਾਂ ਨੇ 35,000 ਹੈਕਟੇਅਰ ਮੱਕੀ ਬੀਜੀ ਜੀ। ਜਿਹੜੀ ਮੱਕੀ 2 ਸਾਲ ਪਹਿਲੇ ਜਦੋਂ 30,05,000 ਹੈਕਟੇਅਰ ਝੋਨਾ ਸੀਗਾ, ਜਿਹੜਾ ਤੁਸੀਂ ਦੱਸਿਆ, 1,08,000 ਹੈਕਟੇਅਰ ਮੱਕੀ ਸੀਗੀ ਜੀ। ਅੱਜ ਸਾਡੀ ਉਹ ਮੱਕੀ ਕਿਸਾਨਾਂ ਦੀ ਸਾਡੀ ਸਲਾਹ ਮੰਨਣ ਕਰਕੇ 2,42,000 ਹੈਕਟੇਅਰ, ਮਤਲਬ ਵਾਧਾ ਹੋਇਆ ਉਹਨਾਂ ਫਸਲਾਂ ਦੇ ਵਿੱਚ। ਬਿਲਕੁਲ ਤੁਹਾਡੇ ਸਾਹਮਣੇ। ਔਰ ਬਾਸਮਤੀ ਉਦੋਂ 5,14,000 ਹੈਕਟੇਅਰ ਸੀਗੀ, ਜਿਹੜੀ ਪਿਛਲੇ ਸਾਲ ਵੱਧ ਕੇ 630 ਹੋਈ। ਐਤਕੀ ਹੁਣ ਤੱਕ ਹਜੇ ਬਾਸਮਤੀ ਲੱਗ ਵੀ ਰਹੀ ਹੈ ਵਿੱਚ, ਹੁਣ ਤੱਕ 6,52,000 ਹੈਕਟੇਅਰ ਹੋ ਗਈ ਹੈ। ਸੋ ਕਿਸਾਨ ਜ਼ਿੰਮੇਵਾਰ ਹੈ, ਕਿਸਾਨ ਸਮਝਦੇ ਹੈ, ਕਿਸਾਨ ਉਸ ਚੀਜ਼ ਨੂੰ ਅਪਣਾਉਂਦੇ ਹੈ। ਔਰ ਸਿੱਧੀ ਬਿਜਾਈ, ਤੀਜਾ ਪਾਣੀ ਬਚਾਉਣ ਦਾ ਸਾਡਾ ਪੱਖ ਸੀਗਾ, ਸਿੱਧੀ ਬਿਜਾਈ ਜੀ। ਸਿੱਧੀ ਬਿਜਾਈ ਜਿਹੜੀ ਕਿ ਸਿੱਧੀ ਐਤਕੀ 5,25,000 ਹੈਕਟੇਅਰ। ਮੈਂ ਸਿੱਧੀ ਬਿਜਾਈ ਨਾਲ ਹੀ ਸਵਾਲ ਸ਼ੁਰੂ ਕੀਤਾ ਸੀ ਕਿ ਜਦੋਂ ਸਿੱਧੀ ਬਿਜਾਈ ਹੋਈ ਤੇ ਕਿਸਾਨਾਂ ਨੂੰ ਮਜਬੂਰੀ ਵਸ ਵਾਹੁਣਾ ਵੀ ਪਿਆ ਝੋਨਾ। ਦੇਖੋ ਜਿਹੜੀ ਦਿੱਕਤ ਆਈ ਇਹਨੂੰ ਹੱਲ ਕਿਉਂ ਨਹੀਂ ਕੀਤਾ ਗਿਆ? ਮੈਂ ਪਹਿਲੇ ਬੇਨਤੀ ਕੀਤੀ ਹੈ ਵੀ ਸਮਾਂ ਤਕਨੀਕ ਦਾ, ਸਮਾਂ ਗਿਆਨ ਦਾ। ਬਿਲਕੁਲ, ਹੈ ਜੀ, ਗਿਆਨ, ਧਿਆਨ, ਸਮਾਨ, ਤਿੰਨੇ ਚੀਜ਼ਾਂ ਸਾਨੂੰ ਲੋੜੀਆਂ ਨੇ। ਗਿਆਨ ਦਾ ਸਮਾਂ ਸੀਗਾ, ਅਸੀਂ ਪਹਿਲੇ ਕਹਿੰਦੇ ਸੀਗੇ ਦੱਬ ਕੇ ਬਾਅਦ ਰੱਜ ਕੇ ਖਾ, ਹੁਣ ਅਸੀਂ ਕਹਿੰਦੇ ਆ ਅਕਲ ਨਾਲ ਵਾਹ ਤੇ ਰੱਜ ਕੇ ਖਾ। ਮਤਲਬ ਤਕਨੀਕ ਨਾਲ ਵਾਹ ਤੇ ਰੱਜ ਕੇ ਖਾ। ਅਕਲ ਮੀਨਸ ਤਕਨੀਕ। ਬਿਲਕੁਲ, ਤਕਨੀਕ ਹੈ, ਗਿਆਨ ਹੈ। ਤਕਨੀਕ ਕੀ ਹੈ? ਅਸੀਂ ਕਹਿੰਦੇ ਆ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਚ ਇਸ ਤਕਨੀਕ ਨੂੰ ਅਪਣਾਓ। ਇਸ ਵਾਰ ਜਿਹੜੀ ਤਕਨੀਕ ਦੀ ਘਾਟ ਰਹੀ ਕਿਸਾਨਾਂ ਤੱਕ ਨਹੀਂ ਪਹੁੰਚੀ, ਆਉਣ ਵਾਲੇ ਸਮੇਂ 'ਚ ਪਹੁੰਚ ਪਾਊਗੀ? ਇਦਾਂ ਨਾ ਕਰੋ। ਇਸ ਤਕਨੀਕ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ, ਦੇਖੋ ਮੈਂ 6 ਸਾਲ ਤੁਹਾਡੇ ਜਲੰਧਰ ਚੀਫ ਐਗਰੀਕਲਚਰ ਅਫਸਰ ਰਿਹਾ ਜੀ, ਠੀਕ ਹੈ ਨਾ। ਜਦੋਂ ਪਹਿਲੇ 39ਵਾਂ ਸਾਲ ਮੇਰਾ ਨੌਕਰੀ ਦਾ ਜਾਣ ਰਿਹਾ, 6 ਸਾਲ ਮੈਂ ਇੱਥੇ ਤੁਹਾਡੇ ਜਲੰਧਰ ਹੀ ਚੀਫ ਐਗਰੀਕਲਚਰ। ਅਸੀਂ ਹਰ ਪਿੰਡ 'ਚ ਆਪਣੀਆਂ ਬੈਨਾਂ ਤਿਆਰ ਕਰਕੇ ਉਹਨਾਂ ਮੂਹਰੇ ਲਾਊਡ ਸਪੀਕਰ ਵੀ ਲਾ ਕੇ ਜੀ ਕੈਸਟਾਂ ਭਰ ਕੇ ਕਿਸਾਨਾਂ ਤੱਕ ਵਜਾਉਂਦੇ ਫਿਰਦੇ ਰਹੇ ਹਾਂ। ਇਹ ਸੁਨੇਹਾ ਦਿੰਦੇ ਰਹੇ ਆ, ਕੰਮ ਇਦਾਂ ਕਰੋ, ਇਦਾਂ ਕਰੋ। ਮੈਂ ਮੰਨਦਾ ਪਹਿਲੇ ਹਾਲਤਾਂ 'ਚ ਸਾਨੂੰ ਪ੍ਰੋਬਲਮ ਆਉਂਦੀ ਸੀ, ਸਾਡੇ ਕੋਲ ਇੰਨੇ ਨਦੀਨਨਾਸ਼ਕ ਵਧੀਆ ਨਹੀਂ ਸੀ। ਹੁਣ ਸਾਡੇ ਕੋਲ ਵਧੀਆ ਨਦੀਨਨਾਸ਼ਕ ਉਪਲਬਧ ਹੈ। ਤੁਸੀਂ ਨਦੀਨਨਾਸ਼ਕ ਦੀ ਗੱਲ ਕੀਤੀ ਹੈ, ਮੇਰੇ ਅਗਲੇ ਸਵਾਲ ਤੇ ਆ ਰਿਹਾ ਸੀ ਕਿ ਮਿਆਰੀ ਬੀਜ, ਮੈਂ ਹੁਣ ਦੱਸਦਾ ਉਹਨਾਂ ਤੇ ਕਿਵੇਂ ਕਿਸਾਨ ਧਿਆਨ ਦੇ। ਹੁਣ ਸਾਡੀ ਇਸ ਸਿੱਧੀ ਬਿਜਾਈ ਦੀ ਸਫਲਤਾ 100% ਹੈ।
ਹੁਣ ਕਮੀ ਕਿੱਥੇ ਰਹੀ ਹੈ? ਉਹ ਕਿਸਾਨ ਜਿਨ੍ਹਾਂ ਨੇ ਇਸ ਪਾਰਟ ਨੂੰ ਛੱਡਿਆ ਵੀ ਹਲਕੀਆਂ ਜ਼ਮੀਨਾਂ 'ਚ ਸਿੱਧੀ ਬਿਜਾਈ ਕਰਤੀ, ਕਿ ਅਸੀਂ ਕਹਿੰਦੇ ਦਰਮਿਆਨੀਆਂ ਤੋਂ ਭਾਰੀਆਂ 'ਚ ਜੀ ਹਲਕੀਆਂ 'ਚ ਕਰਤਾ, ਉਹਨਾਂ ਨੂੰ ਝੋਨੇ ਦੀ ਥੋੜੀ ਜਿਹੀ ਮਹਿਸੂਸ ਹੋਈ। ਉੱਥੇ ਕਿਤੇ ਹੋ ਸਕਦਾ ਵੀ ਕਿਸੇ ਨੇ ਕੋਈ ਬਹੁਤੀ ਨਹੀਂ ਬਾਈ ਥੋੜੀ ਹੋਈ ਹੈ, ਪਰ ਉਹ ਜਿੱਦਾਂ ਹੁੰਦਾ ਨਾ ਵੀ ਅਖਬਾਰ 'ਚ ਆ ਕੇ ਤੇ ਚੱਕ ਲਓ ਅਖਬਾਰ ਨੇ ਚੱਕਤੀ, ਤੁਹਾਨੂੰ ਲੱਗਦਾ ਵਾਈ ਥੋੜੀ ਗਈ ਹੈ, ਦਿਖਾਈ ਵੱਧ ਗਈ ਹੈ, ਦੱਸੀ ਜਾਦੇ ਗਈ ਇੰਨੀ ਨਹੀਂ ਬਾਈ। ਮੇਰੇ ਕਹਿਣ ਦਾ ਮਤਲਬ ਉਹਨਾਂ ਨੇ ਬੜੇ ਥੋੜੇ ਕਿਸਾਨ ਹੈ ਜਿਨ੍ਹਾਂ ਨੇ ਹਲਕੀਆਂ ਜ਼ਮੀਨਾਂ 'ਚ ਕਰਤੀ ਕਾਲੀ ਲਾ ਕੇ, ਪਰ ਅਸੀਂ ਦਰਮਿਆਨੀਆਂ ਤੋਂ ਭਾਰੀਆਂ 'ਚ ਜਿਹਨਾਂ ਕਿਸਾਨਾਂ ਨੇ ਕੀਤੀ ਹੈ, ਅੱਜ ਵੀ ਉਹ ਫਸਲ ਚੰਗੀ ਹੈ ਔਰ ਝੋਨਾ ਉੱਥੇ ਕੰਪੈਰੀਟਿਵਲੀ ਬੈਟਰ ਹੈ। ਔਰ ਮੈਂ ਸਮਝਦਾ ਕਿ ਉੱਥੇ ਯੀਲਡ ਵਧੀਆ ਹੋਏਗੀ, ਉੱਥੇ ਪਾਣੀ ਵੀ ਘੱਟ ਲੱਗਾ ਹੈ, ਖਰਚ ਵੀ ਘੱਟ ਹੋਇਆ, ਲਾਉਣ ਵੇਲੇ 6000 ਦਾ ਫਰਕ ਹੈ, ਬਿਲਕੁਲ ਹੈ ਨਾ ਜੀ। ਉਹ ਸਪਰੇਆਂ ਵੀ ਘੱਟ ਹੋਣੀਆਂ ਕਿਉਂਕਿ ਕੀੜੇ ਮਕੌੜੇ ਵੀ ਉੱਥੇ ਘੱਟ ਪੈਣੇ ਹੈ ਜੀ, ਔਰ ਉੱਥੇ ਝਾੜ ਵੀ ਵਧਣਾ। ਇਸ ਤਕਨੀਕ ਵੱਲ ਅਸੀਂ ਕਾਮਯਾਬੀ ਹਾਸਲ ਕਰ ਸਕਦੇ ਹਾਂ, ਕੋਈ ਵੱਡੀ ਗੱਲ ਕਾਮਯਾਬੀ ਹਾਸਲ ਕਰ ਲਈ ਹੈ। ਔਰ ਇਹ ਜਿਹੜਾ ਇੰਨਾ ਰਕਬਾ ਕਿਸਾਨ ਵੀਰਾਂ ਨੇ ਕੀਤਾ, ਇਹਦੇ ਨਾਲ ਅਗਲੀ ਵਾਰੀ ਹੋਰ ਮੈਸੇਜ ਇਹ ਜ਼ਿਆਦਾ ਕਿਸਾਨਾਂ ਤੱਕ ਜਾਣਾ। ਬਿਲਕੁਲ। ਔਰ ਅਗਲੀ ਵਾਰੀ ਤੁਸੀਂ ਦੇਖੋਗੇ ਇਹ ਰਕਬਾ ਵੱਧ ਕੇ 8 ਲੱਖ ਹੈਕਟੇਅਰ ਤੱਕ ਹੋਏਗਾ। ਸੋ ਕੋਈ ਇਹੋ ਜਿਹੀ ਫਸਲ ਮਤਲਬ ਕੋਈ ਕਾਰਨ ਨਹੀਂ ਵੀ ਇਹ ਅਸੀਂ ਕਾਮਯਾਬ ਨਾ, ਅਸੀਂ ਕਾਮਯਾਬ ਹੋ ਗਏ ਹਾਂ। ਅਸੀਂ ਵਧਾਈ ਦਿੰਦੇ ਹਾਂ ਮੈਂ ਕਿਸਾਨ ਵੀਰਾਂ ਨੂੰ ਵੀ ਅਸੀਂ ਇਸ ਪੱਖੋਂ ਕਾਮਯਾਬ ਹੋ ਗਏ। ਬਿਲਕੁਲ। ਅੱਛਾ, ਅਗਲੀ ਗੱਲ ਮੈਂ ਤੁਹਾਨੂੰ ਦੱਸਾਂ, ਤੁਸੀਂ ਗੱਲ ਕੀਤੀ ਹੈ 4 ਇਨਪੁਟਸ ਦੀ। ਦੇਖੋ, ਖੇਤੀਬਾੜੀ ਵਿਭਾਗ ਪੂਰਾ ਸੁਚੇਤ ਹੈ। ਕਿਸਾਨ ਨੂੰ ਖੇਤੀ ਲਈ ਜਿਹੜੀਆਂ ਇਨਪੁਟਸ ਲੋੜੀਂਦੀਆਂ, ਜਿਨ੍ਹਾਂ ਇਨਪੁਟਸ ਦੀ ਲੋੜ ਹੈ, ਉਹਨਾਂ ਬਾਰੇ ਖੇਤੀਬਾੜੀ ਵਿਭਾਗ ਲਗਾਤਾਰ ਇੱਕ ਸਿਸਟਮ ਬਣਿਆ ਹੋਇਆ। ਸਾਡੇ ਪਹਿਲੇ ਤਾਂ ਅਸੀਂ ਇਹ ਇੱਕ ਲੀਗਲ ਵੇ ਨਾਲ ਕੰਮ ਕਰਦੇ ਹਾਂ ਜੀ, ਜਿਹਦਾ ਸਾਡੇ 3 ਐਕਟ ਹੈ। ਜੇ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਤਾਂ ਇਨਸੈਕਟੀਸਾਈਡ ਐਕਟ ਦੇ ਤਹਿਤ ਕੰਮ ਹੁੰਦਾ, ਖਾਦਾਂ ਦਾ ਕੰਮ ਹੈ ਫਰਟੀਲਾਈਜ਼ਰ ਕੰਟਰੋਲ ਆਰਡਰ ਦੇ ਤਹਿਤ ਹੁੰਦਾ, ਬੀਜ ਦਾ ਕੰਮ ਹੈ ਸੀਡ ਐਕਟ ਦੇ ਮੁਤਾਬਕ ਹੁੰਦਾ। ਉਹਦੇ ਵਿੱਚ ਐਕਟ ਫਿਰ ਕਿਸੇ ਨੂੰ ਡਰਾਉਣ ਨੂੰ ਨਹੀਂ ਹੈ, ਇਹਦਾ ਮੰਤਵ ਇੱਕੋ ਹੀ ਹੈ ਵੀ ਚੀਜ਼ ਜਿੱਦਾਂ ਦੀ ਬਣੇ ਉਦਾਂ ਦੀ ਕਿਸਾਨ ਤੱਕ ਪਹੁੰਚੇ। ਮੈਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਤੁਸੀਂ ਲਾਅ ਦੀ ਪੜ੍ਹਾਈ ਵੀ ਕੀਤੀ ਹੈ ਤਾਂ ਕਾਨੂੰਨ ਨੂੰ ਬਖੂਬੀ ਫਿਰ ਲਾਗੂ ਵੀ ਕਰਾਉਂਦੇ ਹੋ। ਅਸੀਂ ਲਾਗੂ ਕਰ ਰਹੇ ਹਾਂ, ਬਿਲਕੁਲ। ਅਸੀਂ ਇੱਕ ਢੰਗ ਤਰੀਕੇ ਦੱਸਦੇ ਹਾਂ ਇਹਦੇ 'ਚ। ਮੈਂ ਕਿਸਾਨ ਵੀਰਾਂ ਨੂੰ ਵੀ ਇਹ ਸੁਨੇਹਾ ਦਿੰਦਾ, ਇਹ ਮੈਂ ਆਮ ਜਿਹੜੇ ਵਿਕਰੇਤਾ ਨੇ ਉਹਨਾਂ ਨੂੰ ਵੀ ਇਹ ਸੁਨੇਹਾ ਦਿੰਦਾ, ਇਹ ਕਾਨੂੰਨ ਇਸ ਕੰਮ ਵਾਸਤੇ ਬਣਿਆ ਵੀ ਚੀਜ਼ ਜਿੱਦਾਂ ਦੀ ਬਣੀ ਉਦਾਂ ਤੱਕ ਉਹਨਾਂ ਤੱਕ ਪਹੁੰਚ ਸਕੇ। ਪਰ ਕਿਸਾਨ ਫਿਰ ਵੀ ਘੱਟ ਮਿਆਰੀ ਬੀਜ ਕਿਵੇਂ ਖਰੀਦਣ ਲਈ ਮਜਬੂਰ ਹੋ ਜਾਂਦੇ ਆ? ਪਿੱਛੇ ਜੇ ਇੱਕ ਘਪਲਾ ਵੀ ਨਜ਼ਰ ਆਇਆ। ਸੁਣੋ ਨਾ, ਇੱਕ ਸਿਸਟਮ ਹੈ, ਇਹ ਸਿਸਟਮ ਬਣਿਆ ਇਸੇ ਕਰਕੇ ਹੈ ਵੀ ਅਸੀਂ ਕਿਸੇ ਵੀ ਕੋਈ ਗਲਤ ਚੀਜ਼ ਸਾਡੇ ਤੱਕ ਪਹੁੰਚ ਨਾ ਸਕੇ। ਸਿਸਟਮ ਹੈ ਇਹ, ਵਿਕਰੇਤਾਵਾਂ ਵਾਸਤੇ ਵੀ ਸਿਸਟਮ ਹੈ। ਜੇ ਵਿਕਰੇਤਾ ਵੀ ਇਹਦੇ 'ਚ ਚੱਲਣਗੇ ਤੇ ਕੋਈ ਵੀ ਸ਼ੈਤਾਨੀ ਕਰਨ ਵਾਲਾ ਬੰਦਾ ਜਾਂ ਕੋਈ ਸ਼ੈਤਾਨ ਬੰਦਾ, ਦੇਖੋ ਜੀ ਸਾਡੇ ਸਮਾਜ 'ਚੋਂ ਸ਼ੈਤਾਨ ਬੰਦੇ ਤਾਂ ਖਤਮ ਨਹੀਂ ਨਾ ਹੋ ਸਕਦੇ। ਕੋਈ ਸ਼ੈਤਾਨ ਬੰਦਾ ਉਸ ਉੱਦਾਂ ਦੀ ਚੀਜ਼ ਬਣਾ ਕੇ ਮਾਰਕੀਟ 'ਚ ਨਾ ਫਲੋ ਕਰਦੇ। ਦੇਖੋ ਸਾਡੇ ਦੇਸ਼ 'ਚ ਜਾਲੀ ਨੋਟ ਵੀ ਬਣ ਦਿੰਦੇ ਆ, ਸੁਣਦੇ ਰਹਿੰਦੇ ਆਪਾਂ ਖਬਰਾਂ ਤਾਂ ਸੁਣਦੇ ਆ, ਤੇ ਕਿਹੜੀ ਚੀਜ਼ ਕੰਮ ਨਹੀਂ ਗਲਤ ਹੋ ਸਕਦਾ, ਉਹਨੂੰ ਰੋਕਣਾ ਵੀ ਉਨਾ ਜ਼ਰੂਰੀ ਹੈ। ਉਸ ਪੱਖੋਂ ਇਹ ਇੱਕ ਸਿਸਟਮ ਬਣਿਆ ਹੋਇਆ ਤਾਂ ਕਿ ਕਿਸੇ ਚੀਜ਼ ਦੀ ਕੋਈ ਚੀਜ਼ ਗਲਤ ਬਣ ਕੇ ਚੰਗੇ ਦੇ ਨਾਂ ਤੇ ਨਾ ਵਿਕ ਜੇ। ਬਸ਼ਰਤੇ ਲੋੜ ਕੀ ਹੈ ਇੱਥੇ ਕਾਨੂੰਨ ਹੈ, ਮਤਲਬ ਇਹ ਕਾਨੂੰਨ ਬਣਿਆ ਇੱਕ ਸਪੋਰਟ ਵਾਸਤੇ, ਸਿਸਟਮ ਹੈ ਇਹ ਸਾਰਿਆਂ ਦੀ ਹੈਲਪ ਵਾਸਤੇ। ਇਹਨੂੰ ਅਪਣਾਉਣਾ ਸਾਡੀ ਜ਼ਿੰਮੇਵਾਰੀ ਹੈ। ਅਪਣਾਉਣਾ ਇਹੀ ਹੈ ਵੀ ਇਸ ਸਿਸਟਮ 'ਚ ਰਹਿ ਕੇ ਕੰਮ ਕਰੀਏ, ਇਹਨੂੰ ਫੋਲੋ ਕਰੀਏ, ਇਹਨੂੰ ਆਪਣਾ ਮਿੱਤਰ ਸਮਝੀਏ, ਇਹਨੂੰ ਸਾਥੀ ਸਮਝੀਏ, ਵੇਚਣ ਵਾਲਾ ਵੀ ਸਪਲਾਇਰ ਵੀ ਇਹਨੂੰ ਇਹ ਸਮਝੇ ਵੀ ਇਹ ਮੇਰੀ ਇੱਕ ਜ਼ਰੂਰੀ ਹੈ ਮੇਰੇ ਵਾਸਤੇ ਇਹਨੂੰ ਅਪਣਾਉਣਾ। ਔਰ ਸਾਡਾ ਕਿਸਾਨ ਵੀਰ ਵਾਸਤੇ ਵੀ ਇਹ ਜ਼ਰੂਰੀ ਹੈ ਵੀ ਇਹਨੂੰ ਇਹ ਆਪਣਾ ਧਰਮ ਸਮਝੇ ਵੀ ਮੈਂ ਬਿਨਾਂ ਬਿੱਲ ਤੋਂ ਕੋਈ ਚੀਜ਼ ਨਹੀਂ ਲੈਣੀ। ਬਿੱਲ ਲੈਣਾ ਔਰ ਬਿੱਲ ਤੇ ਬਕਾਇਦਾ ਆਫਿਸ ਕਾਪੀ ਤੇ ਸਾਈਨ ਕਰਨੇ ਜੀ। ਤੇ ਜੇ ਹਰ ਕੋਈ ਅਸੀਂ ਉਸ ਸਿਸਟਮ ਨੂੰ ਫੋਲੋ ਕਰਦੇ ਹੋਏ ਚਲਾਂਗੇ ਤੇ ਸਾਡੇ ਤੱਕ ਕੋਈ ਮਾੜੀ ਚੀਜ਼ ਪਹੁੰਚ ਨਹੀਂ ਸਕਦੀ, ਕੋਈ ਮਾੜੀ ਚੀਜ਼ ਵੇਚ ਨਹੀਂ ਸਕਦਾ। ਜੇ ਅਸੀਂ ਬਿੱਲ ਤੇ ਕੋਈ ਚੀਜ਼ ਕਿਤੋਂ ਖਰੀਦਾਂਗੇ, ਕੋਈ ਬਿੱਲ ਤੇ ਗਲਤ ਚੀਜ਼ ਵੇਚ ਨਹੀਂ ਸਕਦਾ। ਫਿਰ ਵੀ ਕਿਸਾਨ ਵੀਰਾਂ ਨੂੰ ਇੱਥੇ ਦੱਸਣਾ ਚਾਹੁੰਦੇ ਆ ਕਿ ਜਿਵੇਂ ਡਾਕਟਰ ਸਾਹਿਬ ਗੱਲ ਕਰ ਰਹੇ ਆ ਕਿ ਧਿਆਨ ਦੇਣ ਯੋਗ ਗੱਲਾਂ ਨੇ, ਜਦੋਂ ਬੀਜ ਜਾਂ ਖਾਦਾਂ ਜਾਂ ਕੋਈ ਵੀ ਰੇਹਾਂ ਸਪਰੇਆਂ ਖਰੀਦਣੀਆਂ ਤਾਂ ਬਿੱਲ ਤੋਂ ਬਿਨਾਂ ਸਾਨੂੰ ਨਹੀਂ ਖਰੀਦਣੀਆਂ ਚਾਹੀਦੀਆਂ। ਅੱਛਾ, ਦੂਸਰੀ ਗੱਲ, ਮੈਂ ਖੇਤੀਬਾੜੀ ਵਿਭਾਗ ਵੱਲੋਂ ਅਸੀਂ ਪੂਰੇ ਜਾਗਰੂਕ ਹਾਂ। ਅਸੀਂ ਬਲਾਕ ਪੱਧਰ ਤੇ ਵੀ, ਅਸੀਂ ਆਪਣੇ ਏਡੀਓ ਪੱਧਰ ਤੇ ਵੀ ਪੂਰੀਆਂ ਟੀਮਾਂ ਬਣਾਈਆਂ ਹੋਈਆਂ, ਉਹਨਾਂ ਨੂੰ ਕੰਮ ਦਿੱਤਾ ਹੋਇਆ ਵੀ ਤੁਸੀਂ ਕਿਸ ਢੰਗ ਨਾਲ ਮੂਵ ਕਰਨਾ। ਸਾਡੇ ਜ਼ਿਲ੍ਹਾ ਪੱਧਰ ਤੇ ਟੀਮਾਂ ਜਿਹੜੀਆਂ ਅਸੀਂ ਲਗਾਤਾਰ ਮੂਵ ਕਰਦੇ ਰਹਿੰਦੇ ਆ, ਉਹ ਕਰਦੇ ਰਹਿੰਦੇ ਆ। ਔਰ ਅਸੀਂ ਸੈਂਪਲਿੰਗ ਕਰਦੇ ਆ ਰੈਂਡਮਲੀ, ਜਗ੍ਹਾ ਤੋਂ ਜਾ ਕੇ ਰਿਕਾਰਡ ਚੈੱਕ ਹੁੰਦਾ ਹਰ ਇੱਕ ਦਾ।
ਸੈਂਪਲਿੰਗ ਕਰਦੇ ਆ ਔਰ ਸੈਂਪਲਿੰਗ ਸਾਡੀਆਂ ਉਹ ਸੈਂਪਲ ਸਾਡੇ ਲੈਬੋਰਟਰੀਆਂ ਜਾਂਦੇ ਆ, ਲੈਬੋਰਟਰੀਆਂ 'ਚ ਬੜਾ ਫੁੱਲ ਪ੍ਰੂਫ ਸਿਸਟਮ ਬਣਿਆ ਹੋਇਆ ਜਿੱਥੇ ਚੈਕਿੰਗ ਹੁੰਦੀ ਹੈ। ਜਿਹੜਾ ਸੈਂਪਲ ਫੇਲ ਹੁੰਦਾ ਉਹਨਾਂ ਨੂੰ ਅਦਾਲਤਾਂ 'ਚ ਕੇਸ ਜਾਂਦਾ ਔਰ ਬੰਦੇ ਨੂੰ ਵੱਡੀਆਂ ਵੱਡੀਆਂ ਸਜ਼ਾਵਾਂ ਹੁੰਦੀਆਂ। ਪਰ ਉਹ ਹੁੰਦਾ ਉੱਥੇ ਹੀ ਹੈ ਜਿੱਥੇ ਕੋਈ ਸਿਸਟਮ ਛੱਡ ਕੇ ਤੁਰਿਆ ਹੋਏ, ਉਹਦਾ ਹੀ ਸੈਂਪਲ ਫੇਲ ਹੁੰਦੇ। ਉਹਨਾਂ ਕੋਲ ਹੀ ਜਿਹੜੇ ਕੋਈ ਵਪਾਰੀ ਨੇ ਕਿਸੇ ਨੇ ਸਿਸਟਮ ਛੱਡਿਆ ਉਹਨੂੰ ਸਜ਼ਾਵਾਂ ਹੋਈਆਂ, ਜਾਂ ਉਹੀ ਉਹਦੇ ਕੋਲ ਹੀ ਮਾਲ ਮਾੜਾ ਹੁੰਦਾ। ਜਿੱਥੇ ਸਿਸਟਮ ਪ੍ਰੋਪਰਲੀ ਫੋਲੋ ਹੁੰਦਾ ਉੱਥੇ ਕਦੀ ਕੋਈ ਗਲਤ ਕੰਮ ਨਹੀਂ ਹੁੰਦਾ। ਜੀ ਡਾਕਟਰ ਸਾਹਿਬ, ਤੁਸੀਂ ਇਹਦੇ ਤੇ ਗੱਲ ਕੀਤੀ ਹੈ, ਇਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ। ਇਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਆ ਰਿਹਾ ਦਿਮਾਗ ਦੇ ਵਿੱਚ, ਉਹ ਇਹ ਹੈ ਕਿ ਖੇਤੀਬਾੜੀ ਮਹਿਕਮੇ ਨੂੰ ਲੈ ਕੇ ਇੱਕ ਪੰਜਾਬ ਦਾ ਵੱਡਾ ਰਕਬਾ ਹੈ, ਜਾਂ ਇਹ ਕਹਿ ਲਓ ਕਿ ਵੱਡਾ ਅਰਥਚਾਰਾ ਖੇਤੀਬਾੜੀ ਤੇ ਨਿਰਭਰ ਕਰਦੇ ਹਾਂ ਅਸੀਂ। ਤੁਹਾਨੂੰ ਕਿਤੇ ਪੈਸੇ ਦੀ ਕਿੱਲਤ ਆਈ ਹੈ ਪੰਜਾਬ ਸਰਕਾਰ ਵੱਲੋਂ ਕਿ ਕਿਤੇ ਗਰਾਊਂਡ ਵਿੱਚ ਲਾਗੂ ਕਰਨ ਜਾਣਾ ਹੈ ਕੋਈ ਸਕੀਮਾਂ ਨੂੰ, ਪਰ ਤੁਹਾਨੂੰ ਪੈਸੇ ਦੀ ਦਿੱਕਤ ਆ ਗਈ ਕਿ ਉਹ ਨਹੀਂ ਕਰ ਪਾ ਰਹੇ? ਇਸ ਤਰ੍ਹਾਂ ਦੀ ਦਿੱਕਤ ਨਾਲ ਸਾਹਮਣਾ ਤਾਂ ਨਹੀਂ ਕਰਨਾ ਪਿਆ? ਨਹੀਂ, ਕੋਈ ਇਦਾਂ ਦੀ ਨਹੀਂ ਗੱਲ। ਅਸੀਂ ਬਹੁਤਾ ਤਾਂ ਸਾਡੀ ਜਾਣਕਾਰੀ ਅਸੀਂ ਕਿਸਾਨਾਂ ਤੱਕ, ਮੇਨ ਤਾਂ ਸਾਡੀ ਟੈਕਨੋਲੋਜੀ ਜਿਹੜੀ ਅਸੀਂ ਕਿਸਾਨ ਤੱਕ ਪਹੁੰਚਾਉਂਦੇ ਹਾਂ। ਦੂਸਰਾ ਪ੍ਰੋਗਰਾਮ ਜਿਹੜੇ ਹੈ, ਪੰਜਾਬ ਸਰਕਾਰ ਖੁਦ ਬੜੀ ਹੀ ਇਸ ਪੱਖੋਂ ਸੁਚੇਤ ਹੈ ਔਰ ਸਾਨੂੰ ਸਾਡੇ ਸੀਐਮ ਸਾਹਿਬ ਕੋਲ ਸਾਡਾ ਡਿਪਾਰਟਮੈਂਟ ਹੈ, ਸਾਡੇ ਸੀਐਮ ਸਾਹਿਬ ਖਾਸ ਧਿਆਨ ਰੱਖਦੇ ਆ ਖੇਤੀਬਾੜੀ ਮਹਿਕਮੇ ਦਾ ਔਰ ਲੋੜ ਮੁਤਾਬਕ ਹਰ ਚੀਜ਼ ਜਿਹੜੀ ਹੈ ਸਮੇਂ ਤੇ ਸਾਨੂੰ ਮੁਹੱਈਆ ਹੁੰਦੀ ਹੈ ਔਰ ਅਸੀਂ ਉਹਦਾ ਪੂਰਾ ਲਾਭ ਕਿਸਾਨਾਂ ਤੱਕ ਪਹੁੰਚਾਉਂਦੇ। ਜੀ, ਜਿਵੇਂ ਅਸੀਂ ਵਿੱਚ ਵੀ ਗੱਲ ਕੀਤੀ ਕਿ ਫਸਲੀ ਚੱਕਰ ਹੈ ਜਿਹੜਾ, ਉਸ ਨੂੰ ਹੈ ਜਿਹੜਾ ਅਪਣਾਉਣਾ ਹੈ, ਜੇ ਉਸ ਨੂੰ ਉਹਦੇ ਵਿੱਚੋਂ ਨਿਕਲਣਾ, ਝੋਨੇ ਕਣਕ ਤੋਂ ਬਾਹਰ ਨਿਕਲਣਾ ਹੈ, ਤਾਂ ਉਸ ਨੂੰ ਲੈ ਕੇ ਅਸੀਂ ਹੋਰ ਕੀ ਕਦਮ ਚੁੱਕ ਸਕਦੇ ਹਾਂ? ਖਾਸ ਕਰਕੇ ਜਦੋਂ ਫਸਲ ਬੀਜਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਆ ਜਾਂਦਾ ਹੈ ਕਿ ਫਸਲ ਜੇ ਅਸੀਂ ਮੱਕੀ ਵਾਲੇ ਪਾਸੇ ਵਧ ਰਹੇ ਹਾਂ ਤਾਂ ਉਹਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹ ਵੀ ਨਹੀਂ ਮਿਲਦਾ ਸਾਨੂੰ, ਤਾਂ ਕਿਸਾਨ ਮਜਬੂਰੀ 'ਚ ਫਿਰ ਉਸ ਪਾਸੇ ਜਾਂਦਾ ਨਹੀਂ, ਉਹ ਉਸੇ ਪਾਸੇ ਆ ਜਾਂਦਾ ਝੋਨੇ ਵਾਲੇ ਪਾਸੇ। ਉਹ ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਸਾਡੇ ਸੀਐਮ ਸਾਹਿਬ ਵੱਲੋਂ ਸਪੈਸ਼ਲੀ 2 ਡੀਓ ਲੈਟਰ ਗਵਰਨਮੈਂਟ ਆਫ ਇੰਡੀਆ ਨੂੰ ਭੇਜੇ ਆ ਔਰ ਲਗਾਤਾਰ ਸਾਡੇ ਉਹ ਪੀਐਮ ਸਾਹਿਬ ਦੇ ਸੰਪਰਕ 'ਚ ਵੀ ਹੈ ਔਰ ਉਹਨਾਂ ਨੇ ਕਨਵੇ ਕਰਦੇ ਆ ਵੀ ਇਹਦੀ ਐਮਐਸਪੀ ਜਿਹੜੀ ਹੈ, ਜਿਹੜੀ ਆਪਾਂ ਫਿਕਸ ਕਰਦੇ ਆ ਜਾਂ ਜੋ ਹੈ ਉਹਨੂੰ ਆਪਾਂ ਕਨਫਰਮ ਕਰੀਏ, ਉਹਦੇ ਤੇ ਖਰੀਦੀ ਜਾਏ। ਦੂਸਰੀ ਗੱਲ, ਆਪਣੇ ਪੱਧਰ ਤੇ ਵੀ ਕੋਸ਼ਿਸ਼ ਹੈ ਵੀ ਸਾਡੀ ਸਟੇਟ 'ਚ ਵੀ ਜਿੱਦਾਂ ਸਾਡੇ ਮਾਰਕਫੈਡ ਜਿੰਨੇ ਆਪਣੇ ਪਲਾਂਟਾਂ ਤੇ ਜਿਹੜੇ ਉਹਦੇ ਫੀਡ ਦੇ ਪਲਾਂਟ ਹੈ ਉਹ ਸਾਡੀਆਂ ਮੰਡੀਆਂ 'ਚੋਂ ਖਰੀਦੇ। ਕਈ ਕਿਸਮ ਦੇ ਉਪਰਾਲੇ ਇਸ ਪੱਖੋਂ ਵੀ ਸਾਡੀ ਮੱਕੀ ਦਾ ਮੈਕਸਿਮਮ ਯੂਜ਼ ਵਿਦਨ ਸਟੇਟ ਹੋਏ, ਉਹ ਪੂਰੇ ਚਿੰਤਤ ਹੈ ਔਰ ਪੂਰੇ ਕਰ ਰਹੇ ਆ। ਪਰ ਘੱਟੋ ਘੱਟ ਸਮਰਥਨ ਮੁੱਲ ਦੀ ਜਦੋਂ ਵਾਰੀ ਆਉਂਦੀ ਹੈ ਨਾ, 23 ਫਸਲਾਂ ਤੇ ਤੈਅ ਵੀ ਕਰ ਦਿੱਤਾ ਸਰਕਾਰ ਨੇ, ਮਿਲਦਾ ਫਿਰ ਨਹੀਂ ਹੈ, ਫਿਰ ਕਿਸਾਨ ਮਜਬੂਰੀ 'ਚ ਝੋਨੇ ਵਾਲੇ ਪਾਸੇ ਆ ਜਾਂਦਾ। ਉਹਦੇ ਬਾਰੇ ਮੈਂ ਇਹੀ ਕਹਿ ਰਿਹਾ ਵੀ ਸਾਡੇ ਸੀਐਮ ਸਾਹਿਬ ਸਪੈਸ਼ਲੀ ਇਸ ਗੱਲ ਨੂੰ ਲੈ ਕੇ ਆਪਣੇ ਸਾਡੇ ਗਵਰਨਮੈਂਟ ਆਫ ਇੰਡੀਆ ਨਾਲ ਪੂਰੇ ਸੰਪਰਕ 'ਚ ਹੈ ਔਰ ਸਾਡੇ ਏਸੀਐਸ ਸਾਹਿਬ, ਸਾਡੇ ਜਿਹੜੇ ਵੀ ਹੈ, ਉਹ ਪੂਰੇ ਕੋਸ਼ਿਸ਼ ਹੈ ਵੀ ਇਹ ਇੱਦਾਂ ਦੀ ਪੋਜੀਸ਼ਨ ਨਾ ਬਣੇ ਜੀ, ਅੱਗੇ ਤੋਂ ਸੁਧਾਰ ਹੋਏ। ਔਰ ਮੋਰਓਵਰ ਦੇਖੋ, ਇਸ ਲਈ 2 ਸਾਡੇ ਐਥਨੋਲ ਦੇ ਪਲਾਂਟ ਲੱਗੇ ਆ, ਇੱਕ ਬਠਿੰਡੇ ਲੱਗਾ, ਇੱਕ ਪਠਾਨਕੋਟ ਲੱਗਾ ਔਰ ਹੋਰ ਵੀ ਲੱਗਣਾ ਦੀ ਤਿਆਰੀਆਂ। ਇਹ ਤੋਂ ਇਲਾਵਾ ਵੀ ਮੱਕੀ ਨਾਲ ਰਿਲੇਟਡ ਇੰਡਸਟਰੀ ਡਿਵੈਲਪ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਨੂੰ ਯਕੀਨ ਹੈ ਵੀ ਇਹ ਕੋਈ ਕਸਰ ਨਹੀਂ ਰਹਿਣੀ। ਗਵਰਨਮੈਂਟ ਪੱਧਰ ਤੇ ਜੋ ਹੋ ਸਕਦਾ ਉਹ ਹੋਣਾ। ਇੱਕ ਕਮਾਦ ਦੀ ਫਸਲ ਦੀ ਬਹੁਤ ਚਰਚਾ ਛਿੜਦੀ ਹੈ, ਬਕਾਇਆ ਰਾਸ਼ੀ ਨਹੀਂ 2-2 ਸਾਲ ਮਿਲਦੀ ਕਿਸਾਨਾਂ ਨੂੰ, ਉਸ ਨੂੰ ਕਿਵੇਂ ਸਮੱਸਿਆ, ਇੱਕ ਸਰਕਾਰ ਨੂੰ ਸਲਾਹ ਵੀ ਦੇਣੀ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਕਦਮ ਪੁੱਟਣਾ ਚਾਹੀਦਾ, ਕਿਸਾਨ ਦੀ ਭਲਾਈ ਕੀਤੀ ਜਾ ਸਕਦੀ ਹੈ ਜਿਹੜੇ ਕਮਾਦ ਦੀ ਫਸਲ ਲਾਉਂਦੇ ਆ? ਦੇਖੋ, ਇਹਦੇ ਲਈ ਜਿਹੜਾ ਨਾ ਅਸੀਂ ਖੇਤੀਬਾੜੀ ਵਿਭਾਗ ਖਾਸ ਕਰਕੇ ਔਰ ਸਰਕਾਰ ਪਹਿਲੇ ਤਾਂ ਮਿੱਲਾਂ ਨੂੰ ਬੜੀਆਂ ਜਗ੍ਹਾ ਮੀਟਿੰਗਾਂ ਕਰਕੇ ਇਹ ਉਹਨਾਂ ਨੂੰ ਕਨਵੇ ਕੀਤਾ ਜਾ ਰਿਹਾ ਵੀ ਕਿਸੇ ਕਿਸਮ ਦਾ ਕੋਈ ਪੈਸਾ ਤੁਹਾਡਾ ਬਕਾਇਆ ਨਹੀਂ ਰਹਿਣਾ ਚਾਹੀਦਾ, ਇਹਨੂੰ ਇਮੀਡੀਏਟਲੀ ਕਰੋ। ਤੇ ਜਿਹੜਾ ਕੋਆਪਰੇਟਿਵ ਮਿੱਲਾਂ, ਉਹਦੇ 'ਚ ਵੀ ਕੋਸ਼ਿਸ਼ ਇਹੀ ਹੈ ਵੀ ਕਿਸੇ ਕਿਸਾਨ ਦਾ ਕੋਈ ਪੈਸਾ ਨਾ ਰਹੇ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਤੇ ਕੋਈ ਕਾਰਨ ਨਹੀਂ ਵੀ ਇਹੋ ਜਿਹੀ ਕੋਈ ਪੋਜੀਸ਼ਨ ਬਣੇ। ਜੀ ਡਾਕਟਰ ਸਾਹਿਬ, ਸਮਾਂ ਸਾਡੇ ਕੋਲ ਥੋੜਾ ਹੈ, ਫਿਰ ਵੀ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਖੇਤੀਬਾੜੀ, ਜਿਵੇਂ ਤੁਹਾਡੇ ਮਹਿਕਮੇ ਦਾ ਨਾਂ ਹੀ ਹੈ ਕਿ ਖੇਤੀਬਾੜੀ ਤੇ ਕਿਸਾਨ ਭਲਾਈ, ਕਿਸਾਨਾਂ ਦੀ ਭਲਾਈ ਹੋਰ ਕਿਵੇਂ ਹੋ ਸਕਦੀ ਹੈ? ਦੇਖੋ, ਇਹ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਸਾਡਾ ਮਹਿਕਮਾ ਖੇਤੀਬਾੜੀ ਨਹੀਂ, ਨਾਲ ਹੈ ਕਿਸਾਨ ਭਲਾਈ ਵਿਭਾਗ। ਹਾਂਜੀ ਹਾਂ। ਤੇ ਅਸੀਂ ਇਸ ਪੱਖੋਂ ਹੀ ਕਿਸਾਨ ਭਲਾਈ ਨਾਲ ਸੰਬੰਧਿਤ ਸਾਰੇ ਜ਼ਿਲ੍ਹਿਆਂ 'ਚ ਟੀਮਾਂ ਗਠਿਤ ਕਰਤੀਆਂ। ਸਪੈਸ਼ਲੀ ਮੈਂ ਫੋਨ 'ਤੇ ਆਪਣੇ ਚਿੱਠੀ ਕੀਤੀ ਹੈ, ਸਾਡੇ ਏਸੀਐਸ ਸਾਹਿਬ ਨੇ ਵੀ ਇਸ ਗੱਲ ਨੂੰ ਬੜਾ ਸੀਰੀਅਸਲੀ ਲਿਆ ਵੀ ਤੁਸੀਂ ਕਿਸਾਨ ਭਲਾਈ ਨੂੰ ਵੀ ਨਾਲ ਲੈ ਕੇ ਚੱਲੋ। ਤੇ ਮੈਂ ਫਿਰ ਸਾਰਿਆਂ ਨੂੰ ਲੈਟਰਸ ਕੱਢ ਕੇ ਅਸੀਂ ਸਾਰੇ ਜ਼ਿਲ੍ਹਿਆਂ 'ਚ ਕਿਸਾਨ ਭਲਾਈ ਦੀਆਂ ਕਮੇਟੀਆਂ ਬਲਾਕ ਪੱਧਰ ਤੇ ਗਠਿਤ ਕਰ ਲਈਆਂ, ਜ਼ਿਲ੍ਹਾ ਪੱਧਰ ਤੇ ਗਠਿਤ ਕਰ ਲਈਆਂ, ਸਟੇਟ ਪੱਧਰ ਤੇ ਅਸੀਂ ਉਹ ਕਰ ਲਈਏ। ਉਸ 'ਚੋਂ ਸਾਰਿਆਂ ਕੋਲੋਂ ਫੀਡਬੈਕ ਲੈ ਕੇ ਅਸੀਂ ਸਟੇਟ ਪੱਧਰ ਤੇ ਦੇਖਦੇ ਹਾਂ ਕਿਹੜੇ ਮੁੱਦੇ ਜਿਹੜੇ ਕਿਸਾਨਾਂ ਦੀ ਭਲਾਈ ਲਈ ਜ਼ਰੂਰੀ ਹਨ, ਅਸੀਂ ਉਹ ਰੈਗੂਲਰਲੀ ਸਰਕਾਰ ਨੂੰ
ਨਾਲ ਰਾਬਤਾ ਰੱਖ ਕੇ ਜੀ। ਇਹ ਉਹਨਾਂ ਨੂੰ ਹੱਲ ਕਰਿਆ ਕਰਾਂਗੇ। ਜੀ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ, ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਜੀ, ਧੰਨਵਾਦ ਜੀ ਬਹੁਤ ਬਹੁਤ। ਇਹ ਸਨ ਸਾਡੇ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਡਾਇਰੈਕਟਰ ਪੰਜਾਬ ਡਾਕਟਰ ਸੁਤੰਤਰ ਕੁਮਾਰ ਐਰੀ ਜੀ। ਉਹਨਾਂ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਵਾਲਾਂ ਦੇ ਜਵਾਬ ਲਏ ਜਾਣ ਜਿਨ੍ਹਾਂ ਨੂੰ ਕਿਸਾਨ ਚਾਹੁੰਦੇ ਆ ਕਿ ਉਹਨਾਂ ਤੱਕ ਜਾਣਕਾਰੀ ਪਹੁੰਚੇ। ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਤੱਕ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਔਰ ਇਹਨਾਂ ਨੇ ਵੀ ਦਾਅਵਾ ਕੀਤਾ ਹੈ ਕਿ ਖੇਤੀਬਾੜੀ ਮਹਿਕਮੇ ਦਾ ਤੇ ਕਿਸਾਨਾਂ ਦੇ ਵਿੱਚ ਜਿਹੜਾ ਰਾਬਤਾ ਹੈ ਉਹ ਲਗਾਤਾਰ ਬਣਿਆ ਹੋਇਆ ਹੈ। ਇਹਨਾਂ ਦਾ ਦਾਅਵਾ ਕਿਸਾਨਾਂ ਤੱਕ ਹੈ ਜਿਹੜਾ ਉਹ ਕਿੰਨੀ ਹੱਦ ਤੱਕ ਪਹੁੰਚਦਾ, ਕਿੰਨੀ ਸੱਚਾਈ ਹੈ, ਕਿਸਾਨ ਖੁਦ ਵੀ ਭਲੀ ਭਾਂਤ ਜਾਣੂ ਨੇ। ਹੋਰ ਤੁਹਾਡੇ ਕੋਈ ਸਵਾਲ ਹੋਣ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ ਵਿੱਚ ਉਹਨਾਂ ਸਵਾਲਾਂ ਦੇ ਤੁਹਾਨੂੰ ਜਵਾਬ ਦੇ ਸਕੀਏ। ਫਿਲਹਾਲ ਮੈਨੂੰ ਦਿਓ ਆਗਿਆ, ਧੰਨਵਾਦ।